Hello everyone, good evening. Here is Manisha Tandon. Welcome back to our official YouTube channel Gills Mentor online e-learning platform. To get all recent notification right now subscribe this channel and do not forget the press bell icon. ਗਾਇਸ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਡੇਲੀ ਤੁਹਾਡੇ ਲਈ ਕੰਪਿਊਟਰ ਕ੍ਰੈਸ਼ ਕੋਰਸ ਲੈ ਕੇ ਆਉਂਦੇ ਹਾਂ ਜੇ ਆਉਣ ਵਾਲੇ ਜਿੰਨੇ ਵੀ ਪੇਪਰ ਨੇ ਜਿਵੇਂ ਕਿ PSPCL PPSC IBPS ਬੈਂਕਿੰਗ ਦੇ ਕਹਿ ਲਓ ਸਟੇਟ ਲੈਵਲ ਦੇ ਗਵਰਨਮੈਂਟ ਲੈਵਲ ਦੇ ਹੈ ਨਾ ਜਿੰਨੇ ਵੀ ਆਉਣ ਵਾਲੇ ਐਗਜ਼ਾਮਸ ਨੇ ਉਹਨਾਂ ਲਈ ਤੁਹਾਡੇ ਲਈ ਇਹ ਸੈਸ਼ਨ ਬਹੁਤ ਹੀ ਇੰਪੋਰਟੈਂਟ ਰਹਿਣ ਵਾਲਾ ਹੈ ਆਪਾਂ ਡੇਲੀ ਹੀ ਕੰਪਿਊਟਰ ਦੇ ਕੁਝ ਕੁਐਸਚਨਸ ਕਰਦੇ ਹਾਂ ਜਿਹੜੇ ਕੁਐਸਚਨ ਆਪਾਂ ਲਾਸਟ ਵਾਲੇ ਪ੍ਰੀਵੀਅਸ ਜਿੰਨੇ ਪੇਪਰ ਹੁੰਦੇ ਨੇ ਉਹਨਾਂ ਵਿੱਚੋਂ ਲਏ ਗਏ ਕੁਐਸਚਨ ਨੇ ਠੀਕ ਹੈ ਤੇ ਅੱਜ ਦੇ ਲਾਈਵ ਸੈਸ਼ਨ ਨੂੰ ਤੁਸੀਂ ਜਲਦੀ ਤੋਂ ਜਲਦੀ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਹਰ ਇੱਕ ਸਟੂਡੈਂਟ ਤੱਕ ਪਹੁੰਚ ਸਕੇ ਤੇ ਇਸ ਨੂੰ ਫ੍ਰੀ ਵਿੱਚ ਜੁਆਇਨ ਕਰਕੇ ਤਿਆਰੀ ਕਰ ਸਕਣ ਜਿੰਨੇ ਵੀ ਘਰ ਬੈਠੇ ਸਟੂਡੈਂਟ ਨੇ ਫ੍ਰੀ ਵਿੱਚ ਆਪਣੀ ਤਿਆਰੀ ਕਰ ਸਕਦੇ ਨੇ ਠੀਕ ਹੈ ਜੋ ਬੱਚੇ ਆਪਣੀ ਕੋਚਿੰਗ ਸੈਂਟਰਸ ਨੂੰ ਨਹੀਂ ਜੁਆਇਨ ਕਰ ਸਕਦੇ ਉਹ ਘਰ ਬੈਠੇ ਹੀ ਲਿਸਨ ਮਤਲਬ ਆਪਣੀ ਵੀਡੀਓ ਨੂੰ ਵਾਚ ਕਰਕੇ ਦੇਖ ਕੇ ਧਿਆਨ ਨਾਲ ਸਮਝ ਕੇ ਤੇ ਤਿਆਰੀ ਕਰ ਸਕਦੇ ਨੇ ਕਿਸੇ ਵੀ ਤਰ੍ਹਾਂ ਦਾ ਪੇਪਰ ਹੋ ਸਕਦਾ ਹੈ ਕਿਉਂਕਿ ਹਰ ਇੱਕ ਪੇਪਰ ਵਿੱਚ ਕੰਪਿਊਟਰ ਦਾ ਜਿਹੜਾ ਪਾਰਟ ਹੁੰਦਾ ਹੈ ਆਂਦਾ ਹੀ ਆਂਦਾ ਹੈ ਤੇ ਗਾਇਸ ਆਪਾਂ ਕੋਸ਼ਿਸ਼ ਕਰਨੀ ਹੈ ਕਿ ਆਪਾਂ 2000 ਜਿਹੜੇ ਕੁਐਸਚਨ ਨੇ ਕੰਪਲੀਟ ਕਰਨੇ ਨੇ ਠੀਕ ਹੈ ਜਲਦੀ ਤੋਂ ਜਲਦੀ ਤੁਸੀਂ ਸੈਸ਼ਨ ਨੂੰ ਕੀ ਕਰ ਦਿਓ ਸ਼ੇਅਰ ਕਰ ਦਿਓ ਆਪਾਂ 7 ਪਾਰਟ ਜਿਹੜੇ ਨੇ ਕੰਪਿਊਟਰ ਦੇ ਪਹਿਲਾਂ ਬਣਾ ਚੁੱਕੇ ਹਾਂ ਡੇਲੀ ਆਪਾਂ ਲਾਈਵ ਸੈਸ਼ਨ ਲੈਂਦੇ ਹਾਂ ਠੀਕ ਹੈ ਪਾਰਟ 8th ਅੱਜ ਆਪਾਂ ਕਰਨ ਜਾ ਰਹੇ ਹਾਂ ਜਿੰਨੇ ਵੀ ਪੇਪਰ ਨੇ ਜਿਵੇਂ ਕਿ PSPCL PPSC PSSSB FCI SSC ਜਿੰਨੇ ਵੀ ਬੈਂਕਿੰਗ ਦੇ ਕਹਿ ਲਓ ਸਟੇਟ ਲੈਵਲ ਦੇ ਸੈਂਟਰ ਲੈਵਲ ਦੇ ਆਉਣ ਵਾਲੇ ਜਿੰਨੇ ਵੀ ਐਗਜ਼ਾਮਸ ਨੇ ਉਹਨਾਂ ਲਈ ਇਹ ਤੁਹਾਡਾ ਪੇਪਰ ਜਿਹੜਾ ਵੀ ਹੈ ਆਪਾਂ ਕਰ ਰਹੇ ਹਾਂ ਕੰਪਿਊਟਰ ਦੇ ਕੁਐਸਚਨਸ ਠੀਕ ਹੈ ਬਹੁਤ ਹੀ ਇੰਪੋਰਟੈਂਟ ਰਹਿਣ ਵਾਲਾ ਹੈ ਸੈਸ਼ਨ ਠੀਕ ਹੈ ਦੇਖੋ ਤੇ ਅੱਜ ਆਪਾਂ ਨੈਕਸਟ 25 ਕੁਐਸਚਨ ਕਰਾਂਗੇ MCQ ਸੀਰੀਜ਼ ਚੱਲ ਰਹੀ ਹੈ ਸਾਡੀ MCQ ਸੀਰੀਜ਼ ਦਾ ਮਤਲਬ ਹੁੰਦਾ ਇੱਕ ਸਟੇਟਮੈਂਟ ਦਿੱਤੀ ਹੁੰਦੀ ਹੈ ਦੈਨ ਤੁਸੀਂ ਮੈਨੂੰ ਆਨਸਰ ਦੇਣਾ ਹੁੰਦਾ ਹੈ ਫਟਾਫਟ ਕਮੈਂਟ ਕਰਕੇ ਮੈਨੂੰ ਆਨਸਰ ਦੇ ਦਿਆ ਕਰੋ ਠੀਕ ਹੈ ਦੇਖੋ ਕੁਐਸਚਨ ਹੈ ਫਸਟ ਅੱਜ ਦਾ which among the following was the first network with which the idea of internet began ਤੁਸੀਂ ਦੱਸਣਾ ਹੈ ਕਿ ਸਾਡਾ ਜਿਹੜਾ ਫਸਟ ਨੈਟਵਰਕ ਦਾ ਜਿਹੜਾ ਕੀ ਸੀਗਾ ਫਸਟ ਨੈਟਵਰਕ ਕਿਹੜਾ ਸੀਗਾ which of the following ਦੱਸਣਾ ਹੈ ਜੇ ਕੁਝ ਨੈਟਵਰਕ ਦਿੱਤੇ ਹੋਏ ਨੇ ਜਿਹੜਾ ਕਿ ਆਈਡੀਆ ਆਫ ਦੀ ਇੰਟਰਨੈਟ ਵੀਗਨ ਹੈ ਨਾ ਜਿਸਨੇ ਇੰਟਰਨੈਟ ਦਾ ਸਭ ਤੋਂ ਪਹਿਲੇ ਆਈਡੀਆ ਕੀ ਕੀਤਾ ਸੀਗਾ ਸਟਾਰਟ ਕੀਤਾ ਸੀਗਾ ਉਸ ਨੈਟਵਰਕ ਦਾ ਤੁਸੀਂ ਨਾਮ ਦੱਸੋ ਹਾਂਜੀ ਜੇਕਰ ਤੁਹਾਨੂੰ ਪਤਾ ਸਹੀ ਆਨਸਰ ਦੇਣ ਦੀ ਕੋਸ਼ਿਸ਼ ਕਰੋ ਗਾਇਸ ਯੈਸ ਇਜ਼ ਦੀ ਕਰੈਕਟ ਆਨਸਰ ਸੀ ਹਰੇਕ ਕੁਐਸਚਨ ਪੜ੍ਹਨ ਤੋਂ ਬਾਅਦ ਤੁਹਾਨੂੰ ਮੈਂ 4 ਜਾਂ 5 ਸੈਕਿੰਡ ਦਾ ਟਾਈਮ ਦੇਵਾਂਗੀ ਤੁਸੀਂ ਮੈਨੂੰ ਫਟਾਫਟ ਐਕਸਪਲੇਨੇਸ਼ਨ ਦਿੱਤੀ ਹੋਈ ਆਪਾਂ ਦੇਖ ਲੈਂਦੇ ਹਾਂ ARPANET was first network in the history of the network ਠੀਕ ਹੈ ਨੈਟਵਰਕ ਦੀ ਫਸਟ ਨੈਟਵਰਕ ਹੈਗਾ ਸਾਡੀ ਹਿਸਟਰੀ ਆਫ ਦੀ ਇੰਟਰਨੈਟ ਦਾ ਕੀ ਹੈਗਾ ਹੈ ARPANET ਨੈਕਸਟ ਕੁਐਸਚਨ ਤੇ ਚਲਦੇ ਹਾਂ 177 ਕੁਐਸਚਨ ਹੈ which of the following is coding language used to create documents for use on the internet 5 ਆਪਸ਼ਨ ਦਿੱਤੇ ਨੇ ਗਾਇਸ ਸਹੀ ਆਨਸਰ ਦੇਣ ਦੀ ਕੋਸ਼ਿਸ਼ ਕਰੋ ਯੈਸ ਕੋਡਿੰਗ ਲੈਂਗੁਏਜ ਜਿਹੜੀ ਕਿ ਆਪਾਂ ਕਿਸ ਲਈ ਯੂਜ਼ ਕਰਦੇ ਹਾਂ ਕ੍ਰੀਏਟ ਕਰਨ ਲਈ ਡਾਕੂਮੈਂਟ ਆਪਾਂ ਜਿਹੜੇ ਯੂਜ਼ ਕਰਦੇ ਹਾਂ ਆਪਣੇ ਕਿਸ ਵਿੱਚ ਦੇਖਦੇ ਹੋ ਤੁਸੀਂ ਇੰਟਰਨੈਟ 'ਤੇ ਹੈ ਨਾ ਜਿਵੇਂ ਤੁਸੀਂ ਕਹਿ ਲਓ ਵੈਬ ਪੇਜ ਦਾ ਡਿਜ਼ਾਈਨਿੰਗ ਜਾਂ ਕ੍ਰੀਏਟਿੰਗ ਲਈ ਠੀਕ ਹੈ ਤੇ ਇਸ ਤਰ੍ਹਾਂ ਦੇ ਜਿਹੜੇ ਇੰਟਰਨੈਟ ਦਾ ਜਿਹੜਾ ਵੈਬ ਪੇਜ ਕਹਿ ਦਿੰਦੇ ਆ ਉਹਨੂੰ ਕ੍ਰੀਏਟ ਕਰਨ ਲਈ ਡਾਕੂਮੈਂਟਸ ਨੂੰ ਆਪਾਂ ਕਿਹੜੇ ਲੈਂਗੁਏਜ ਦੀ ਕੋਡਿੰਗ ਕਰਦੇ ਹਾਂ ਯੈਸ ਇਜ਼ ਦੀ ਕਰੈਕਟ ਆਨਸਰ HTML ਸਟੈਂਡ ਫੋਰ ਜਲਦੀ ਤੋਂ ਜਲਦੀ ਕਮੈਂਟ ਕਰਕੇ ਦੱਸੋ ਯੈਸ HTML ਸਟੈਂਡ ਫੋਰ ਕੀ ਹੁੰਦਾ ਹੈ ਤੇ ਲੇਟੈਸਟ ਵਰਜ਼ਨ ਕਿਹੜਾ ਹੈ HTML ਦਾ HTML ਇਜ਼ ਏ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਹਾਈਪਰ ਦਾ ਮਤਲਬ hypertext markup language is used to create document page for on a world wide web ਜਿੰਨੇ ਵੀ ਆਪਾਂ ਇੰਟਰਨੈਟ ਤੇ ਪੇਜ ਡਾਕੂਮੈਂਟੇਸ਼ਨ ਦਿਖਦੇ ਆ ਪੇਜ ਦਿਖਦੇ ਆ ਕਿਸ ਲੈਂਗੁਏਜ ਵਿੱਚ ਬਣੇ ਹੋਏ ਨੇ ਕੋਡਿੰਗ ਕਿਸ ਵਿੱਚ ਹੈ HTML ਵਿੱਚ ਕਹਿ ਸਕਦੇ ਆ PHP ਵਿੱਚ ਕੀਤੀ ਹੋਈ ਹੈ ਠੀਕ ਹੈ ਤੇ ਇਹ ਸਭ ਕੀ ਨੇ ਜਿਹੜੇ ਤੁਸੀਂ ਨੈਟ ਤੇ ਅਸੈਸ ਕਰਦੇ ਹੋ ਹਾਈਪਰਟੈਕਸਟ ਮਾਰਕਅਪ ਲੈਂਗੁਏਜ ਮਤਲਬ ਇਹ ਹੁੰਦਾ ਹੈ ਕਿ ਜਿਹਦਾ ਇੱਕ ਪੇਜ ਦਾ ਕਿਸੇ ਦੂਸਰੇ ਪੇਜ ਨਾਲ ਕੀ ਕਰਨਾ ਲਿੰਕ ਹੁੰਦਾ ਹੈ ਠੀਕ ਹੈ ਮਾਰਕਅਪ ਠੀਕ ਹੈ ਇੱਕ ਲਿੰਕ ਹੁੰਦਾ ਹੈ ਇੱਕ ਪੇਜ ਦਾ ਕਿਸੇ ਦੂਸਰੇ ਨਾਲ ਠੀਕ ਹੈ ਜਿਵੇਂ ਕਿ ਤੁਸੀਂ ਦੇਖਿਆ ਹੋਏਗਾ
ਜਿਵੇਂ ਇੱਕ ਪੇਜ 'ਤੇ ਇੱਕ ਹਾਈਲਾਈਟ ਜਿਹਾ ਹੁੰਦਾ ਹੈ ਨਾ, ਅਤੇ ਇੱਕ ਮਤਲਬ ਇੱਕ ਹਾਈਲਾਈਟ ਜਿਹਾ ਹੁੰਦਾ ਅਤੇ ਉਸਨੂੰ ਆਪਾਂ ਜਦੋਂ ਕਲਿੱਕ ਕਰਦੇ ਹਾਂ ਅਤੇ ਉਹ ਜਿਹੜਾ ਕਲਿੱਕ ਹੈ ਕਿਸੇ ਦੂਸਰੇ ਪੇਜ 'ਤੇ ਸਾਨੂੰ ਲੈ ਜਾਂਦਾ ਹੈ, ਇੱਕ ਪੇਜ ਦਾ ਜਿਹੜਾ ਕਨੈਕਟੀਵਿਟੀ ਕਿਸੇ ਦੂਸਰੇ ਪੇਜ ਨਾਲ, ਹੈ ਨਾ, ਅਤੇ ਇਸ ਚੀਜ਼ ਨੂੰ ਕਿਹਾ ਜਾਂਦਾ ਹੈ ਮਾਰਕਅਪ। ਨੈਕਸਟ ਕੁਐਸਚਨ 'ਤੇ ਚਲਦੇ ਹਾਂ। ਦ ਮੇਨ ਏਜੰਡਾ ਫॉर ਇਨਕ੍ਰਿਪਸ਼ਨ ਡਿਕ੍ਰਿਪਸ਼ਨ ਇਜ਼ ਟੂ ਪ੍ਰੋਵਾਈਡ ਏ ਨੈਟਵਰਕ ਵਿਦ ਸਟ੍ਰਿਕਟ। ਹਾਂਜੀ, ਦੇਖੋ ਇਨਕ੍ਰਿਪਸ਼ਨ ਐਂਡ ਡਿਕ੍ਰਿਪਸ਼ਨ ਜਿਹੜੀ ਟੈਕਨੀਕ ਹੈਗੀ ਆ ਕੀ ਹੁੰਦੀ ਹੈ, ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕੀ ਹਾਂ, ਜੇ ਕਿਸੇ ਨੈਟਵਰਕ 'ਤੇ ਆਪਾਂ ਕੋਈ ਡਾਟਾ ਨੂੰ ਕੀ ਕਰਦੇ ਹਾਂ, ਫੋਰਵਰਡ ਕਰਦੇ ਹਾਂ, ਸੈਂਡ ਕਰ ਰਹੇ ਹੁੰਦੇ ਹਾਂ। 5 ਆਪਸ਼ਨ ਦਿੱਤੇ ਨੇ ਗਾਈਜ਼, ਪਹਿਲੇ ਧਿਆਨ ਨਾਲ ਦੇਖ ਲਓ। ਜਿਨ੍ਹਾਂ ਬੱਚਿਆਂ ਨੂੰ ਸਟੂਡੈਂਟਾਂ ਨੂੰ ਕੁਐਸਚਨ ਆਉਂਦਾ ਹੈਗਾ ਏ, ਕਮੈਂਟ ਕਰਕੇ ਦੱਸ ਦਿਓ, ਬਾਕੀ ਸਟੇਟਮੈਂਟ ਨੂੰ ਧਿਆਨ ਨਾਲ ਸਮਝ ਲਵੋ। ਦੇਖੋ, ਮੇਨ ਏਜੰਡਾ ਆਫ ਇਨਕ੍ਰਿਪਸ਼ਨ ਐਂਡ ਡਿਕ੍ਰਿਪਸ਼ਨ ਇਜ਼ ਪ੍ਰੋਵਾਈਡ ਨੈਟਵਰਕ ਵਿਦ ਸਟ੍ਰਿਕਟ। ਹਾਂਜੀ, ਤੇ ਇਸਦਾ ਸਹੀ ਆਨਸਰ ਹੈ ਪ੍ਰਾਈਵੇਸੀ। ਦੇਖੋ, ਇਨਕ੍ਰਿਪਸ਼ਨ ਐਂਡ ਡਿਕ੍ਰਿਪਸ਼ਨ ਜਿਹੜੀ ਟੈਕਨੀਕ ਹੈ ਸਾਡੇ ਕਿੱਥੇ ਯੂਜ਼ ਹੁੰਦੀ ਹੈ, ਇਨਕ੍ਰਿਪਟ ਐਂਡ ਡਿਕ੍ਰਿਪਟ ਸੈਂਡਰ ਸਾਈਡ, ਆ ਹੈਗੀ ਹੈ ਰਿਸੀਵਰ ਸਾਈਡ। ਆਪਾਂ ਕੋਈ ਸੈਂਡ ਕਰ ਰਹੇ ਹਾਂ ਮੈਸੇਜ, ਠੀਕ ਹੈ, ਅਤੇ ਇਨ ਬਿਟਵੀਨ ਜਿਹੜਾ ਇਸ ਰਸਤੇ ਵਿੱਚ ਕੀ ਹੋ ਜਾਏਗਾ, ਠੀਕ ਹੈ, ਇਸ ਪਾਥ 'ਚ ਸਾਡਾ ਮੈਸੇਜ ਜਿਹੜਾ ਟੈਕਸਟ ਆਪਾਂ ਮੈਸੇਜ ਕੀਤਾ ਹੋਇਆ ਜਾਂ ਕੋਈ ਇਮੇਜ ਲਗਾ ਲਓ, ਡਿਜੀਟਲ ਕੁਛ ਵੀ, ਕਿਸੇ ਵੀ ਤਰ੍ਹਾਂ ਦਾ ਮੈਸੇਜ ਆਪਾਂ ਕਿਸੇ ਨੂੰ ਸੈਂਡ ਕਰ ਰਹੇ ਹਾਂ, ਉਸ ਦੀ ਜਿਹੜੀ ਕੋਡਿੰਗ ਹੈ ਉਹ ਚੇਂਜ ਹੋ ਜਾਏਗੀ, ਹੈ ਨਾ। ਦੈਨ ਜਦੋਂ ਇਹ ਸੈਂਡਰ ਹੈਗਾ ਹੈ, ਆ ਰਿਸੀਵਰ ਹੈ, ਜਦੋਂ ਰਿਸੀਵਰ ਤੱਕ ਪਹੁੰਚੇਗੀ, ਠੀਕ ਹੈ, ਅਤੇ ਸੇਮ ਓਰੀਜਨਲ ਮੈਸੇਜ ਪਹੁੰਚੇਗਾ, ਡਿਕ੍ਰਿਪਟ ਹੋ ਜਾਏਗਾ, ਠੀਕ ਹੈ, ਆਪਣੀ ਓਰੀਜਨਲ ਫੋਰਮ ਵਿੱਚ ਆ ਜਾਏਗਾ, ਠੀਕ ਹੈ। ਉਸ ਚੀਜ਼ ਨੂੰ ਕਿਹਾ ਜਾਂਦਾ ਇਨਕ੍ਰਿਪਟ ਐਂਡ ਡਿਕ੍ਰਿਪਟ। ਨੈਕਸਟ ਕੁਐਸਚਨ 'ਤੇ ਚਲਦੇ ਹਾਂ। ਹਾਂਜੀ, ਅਤੇ ਇਸ ਕੁਐਸਚਨ ਵਿੱਚ ਕੀ ਕਿਹਾ ਗਿਆ ਸੀਗਾ ਜੀ, ਕਿਹੜੀ ਟੈਕਨੀਕ ਹੈ ਜਿਹੜੀ ਸਾਨੂੰ ਕੀ ਪ੍ਰੋਵਾਈਡ ਕਰਦੀ ਹੈ, ਮੇਨ ਏਜੰਡਾ ਕੀ ਹੈ ਇਨਕ੍ਰਿਪਸ਼ਨ ਐਂਡ ਡਿਕ੍ਰਿਪਸ਼ਨ ਦਾ, ਕੀ ਪ੍ਰੋਵਾਈਡ ਕਰਦਾ ਹੈ, ਕਿੱਦਾਂ ਦਾ ਨੈਟਵਰਕ, ਇੱਕ ਪ੍ਰਾਈਵੇਸੀ ਦਾ, ਹੈ ਨਾ। ਪ੍ਰਾਈਵੇਸੀ ਹੈ ਕਿ ਸਾਡਾ ਜਿਹੜਾ ਮੈਸੇਜ ਹੈ ਕਿਸੇ ਦੂਸਰੇ ਬੰਦੇ ਨੂੰ ਸ਼ੋ ਨਾ ਹੋਵੇ, ਹੈ ਨਾ, ਥਰਡ ਪਾਰਟੀ ਨੂੰ, ਠੀਕ ਹੈ, ਅਤੇ ਇਹ ਮੇਨ ਸੀਗਾ ਸਾਡਾ। ਨੈਕਸਟ ਕੁਐਸਚਨ 'ਤੇ ਚਲਦੇ ਹਾਂ। ਵਿਚ ਆਫ ਦੀ ਫੋਲੋਇੰਗ ਡਾਇਗ੍ਰਾਮ ਗ੍ਰਾਫਿਕਲੀ ਰਿਪਰਜੈਂਟਸ ਐਨ ਇੰਟਰ ਰਿਲੇਸ਼ਨਸ਼ਿਪ ਅਮੰਗ ਦੀ ਐਂਟਿਟੀ ਇਨ ਏ ਡਾਟਾਬੇਸ। ਹਾਂਜੀ, ਜੋ ਸਟੂਡੈਂਟ ਜਿਹੜੇ ਕੰਪਿਊਟਰ ਦੇ ਬੈਕਗਰਾਊਂਡ ਦੇ ਨੇ, ਜਿਨ੍ਹਾਂ ਨੇ ਪਹਿਲੇ ਕੁਛ ਕੁਐਸਚਨਸ ਕੀਤੇ ਹੋਏ ਨੇ, ਅਗਰ ਉਹਨਾਂ ਨੂੰ ਕੁਐਸਚਨ ਆਉਂਦੇ ਨੇ, ਮੈਨੂੰ ਜਲਦੀ ਤੋਂ ਜਲਦੀ ਕਮੈਂਟ ਕਰਕੇ ਫਟਾਫਟ ਦੱਸਦੇ ਜਾਓ ਵਿਦ ਐਕਸਪਲੇਨੇਸ਼ਨ, ਠੀਕ ਹੈ। ਕੋਸ਼ਿਸ਼ ਕਰਿਆ ਕਰੋ ਕਿ ਇੱਕ ਕੁਐਸਚਨ ਵਿੱਚ ਆਪਾਂ 2-3 ਕੁਐਸਚਨ ਜਿਹੜੇ ਨੇ ਲੱਭ ਲੈਣੇ ਨੇ, ਹੈ ਨਾ, ਮਲਟੀਪਲ ਕੁਐਸਚਨਸ ਵਿਦ ਆਂਸਰ। ਹਾਂਜੀ, ਅਤੇ ਇਸਦਾ ਸਹੀ ਆਂਸਰ ਕੀ ਹੈ ਗਾਈਜ਼, ਐਂਟਿਟੀ ਰਿਲੇਸ਼ਨਸ਼ਿਪ ਡਾਇਗਰਾਮ। ਕਹਿੰਦੇ ਉਸ ਡਾਇਗਰਾਮ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਜਿਸ ਵਿੱਚ ਇੱਕ ਗ੍ਰਾਫਿਕਲੀ ਰਿਪਰਜੈਂਟੇਸ਼ਨ ਹੁੰਦੀ ਹੈ ਅਤੇ ਇੱਕ ਰਿਲੇਸ਼ਨ ਸ਼ੋ ਕੀਤਾ ਹੁੰਦਾ ਕਿਸ ਵਿੱਚ, ਐਂਟਿਟੀ ਵਿੱਚ, ਹੈ ਨਾ। ਇੱਦਾਂ ਦਾ ਡਾਟਾਬੇਸ ਨੂੰ ਆਪਾਂ ਕੀ ਕਹਿ ਦਿੰਦੇ ਗਾਈਜ਼, ਐਂਟਿਟੀ ਰਿਲੇਸ਼ਨਸ਼ਿਪ ਡਾਇਗਰਾਮ, ਜਾਂ ਮਤਲਬ ER ਡਾਇਗਰਾਮ, ਠੀਕ ਹੈ। ER ਡਾਇਗਰਾਮ ਕਹਿ ਦਿੰਦੇ ਆ, ਐਂਟਿਟੀ ਰਿਲੇਸ਼ਨਸ਼ਿਪ ਡਾਇਗਰਾਮ ਕਹਿ ਦਿੰਦੇ ਆ। ਗ੍ਰਾਫਿਕਲੀ ਆਪਾਂ ਉਸਨੂੰ ਰਿਪਰਜੈਂਟ ਕੀਤਾ ਹੁੰਦਾ ਹੈ, ਜੋ ਸਾਡਾ ਡਾਟਾਬੇਸ ਜੋ ਆਪਾਂ ਬਣਾਉਣ ਜਾ ਰਹੇ ਹਾਂ, ਅਤੇ ਉਸ ਦਾ ਰਿਲੇਸ਼ਨਸ਼ਿਪ, ਠੀਕ ਹੈ। ਰਿਲੇਸ਼ਨਸ਼ਿਪ ਉਸ ਕਹਿ ਸਕਦੇ ਹਾਂ 1 to 1, 1 to many, many to many, ਹੈ ਨਾ। ਜੇਕਰ ਤੁਸੀਂ ਕੰਪਿਊਟਰ ਸਟੂਡੈਂਟ ਤੁਹਾਨੂੰ ਪਤਾ ਹੋਏਗਾ, ਠੀਕ ਹੈ। ਅਤੇ ਐਂਟਰ ਰਿਲੇਸ਼ਨਸ਼ਿਪ ਡਾਇਗਰਾਮ ਆਪਾਂ ਯੂਜ਼ ਕਰਦੇ ਹਾਂ ਕਿਸ ਲਈ, ਗ੍ਰਾਫਿਕਲੀ ਰਿਪਰਜੈਂਟੇਸ਼ਨ ਲਈ। ਦੇਖੋ, ਇਹ ਰਿਲੇਸ਼ਨਸ਼ਿਪ ਇਜ਼ ਐਨ ਐਸੋਸੀਏਸ਼ਨ ਅਮੰਗ ਐਂਟਿਟੀਜ਼। We can use entity relationship diagram to represent an interrelationship between entities of a database। ਹਾਂਜੀ, ਜੋ ਰਿਲੇਸ਼ਨਸ਼ਿਪ ਹੈ ਐਸੋਸੀਏਸ਼ਨ ਅਮੰਗ ਐਂਟਿਟੀ, ਮਤਲਬ ਕਿ ਜਿਹੜਾ ਐਂਟਿਟੀਜ਼ ਦੇ ਵਿੱਚ ਜਿਹੜਾ ਆਪਾਂ ਐਸੋਸੀਏਸ਼ਨ ਅਮੰਗ, ਹੈ ਨਾ, ਐਂਟਿਟੀਜ਼ ਦੇ ਵਿੱਚ ਜਿਹੜਾ ਆਪਾਂ ਰਿਲੇਸ਼ਨਸ਼ਿਪ ਸ਼ੋ ਕਰਦੇ ਹਾਂ, ਠੀਕ ਹੈ, ਅਤੇ ਕੀ ਰਿਪਰਜੈਂਟ ਕਰਦਾ ਹੈ, ਕਿਸ ਨੂੰ ਰਿਪਰਜੈਂਟ ਕਰਦਾ ਹੈ, ER ਡਾਇਗਰਾਮ ਨੂੰ, ਹੈ ਨਾ। ਅਤੇ ਇਸ ਵਿੱਚ ਕੀ ਹੁੰਦਾ ਹੈਗਾ, ਇਸ ਐਂਟਿਟੀ ਆਪਾਂ ਕਹਿ ਦਿੰਦੇ ਹਾਂ ਪੂਰਾ ਮਤਲਬ ਇੱਕ ਜਿੱਦਾਂ ਕਲਾਸ ਆਪਾਂ ਬਣਾਉਂਦੇ ਹਾਂ, ਕਲਾਸ ਐਂਟਿਟੀ, ਜਿਵੇਂ ਕਹਿ ਲਓ ਕਿ ਜਿੱਦਾਂ ਇੰਪਲਾਈਜ਼, ਹੈ ਨਾ, ਇੱਕ ਟੇਬਲ ਕ੍ਰੀਏਟ ਕਰਦੇ ਹਾਂ, ਦੈਨ ਟੇਬਲ ਤੋਂ ਬਾਅਦ ਮਲਟੀਪਲ ਜਦੋਂ ਟੇਬਲ ਹੁੰਦੇ ਨੇ, ਦੈਨ ਇੱਕ ਡਾਟਾਬੇਸ ਬਣ ਜਾਂਦਾ ਹੈ, ਠੀਕ ਹੈ। ਪਹਿਲੇ ਫਾਈਲ, ਪਹਿਲੇ ਸਭ ਤੋਂ ਛੋਟੀ ਟਰਮ ਹੁੰਦੀ ਹੈ ਡਾਟਾ, ਡਾਟਾ ਨੂੰ ਮਿਲਾ ਕੇ ਇੱਕ ਪੂਰੀ ਫਾਈਲ ਬਣਦੀ ਹੈ, ਇਨਫੋਰਮੇਸ਼ਨ, ਹੈ ਨਾ। ਦੈਨ ਕੀ ਬਣਦਾ ਹੈ, ਉਸ ਤੋਂ ਬਾਅਦ ਫਾਈਲ ਤੋਂ ਬਣਾ ਕੇ ਉਸ ਤੋਂ ਬਾਅਦ ਰਿਕਾਰਡ ਬਣਦਾ ਹੈ ਨਾ, ਇੱਦਾਂ ਫਿਰ ਰਿਕਾਰਡ ਤੋਂ ਬਾਅਦ ਪੂਰਾ ਇੱਕ ਡਾਟਾਬੇਸ ਬਣਦਾ ਹੈ ਨਾ। ਉੱਦਾਂ ਹੀ ਆਪਾਂ ਕੀ ਕਰਦੇ ਹਾਂ, ਸਟਰਕਚਰ ਬਣਾਉਂਦੇ ਹਾਂ, ਟੇਬਲ ਬਣਾਉਂਦੇ ਹਾਂ, ਟੇਬਲ ਤੋਂ ਬਾਅਦ ਇਹ ਪੂਰਾ ਇੱਕ ਡਾਟਾਬੇਸ ਬਣਦਾ ਹੈ ਨਾ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਵਿਚ ਆਫ ਦੀ ਫੋਲੋਇੰਗ ਕੀਜ਼ ਇਜ਼ ਏ ਫੀਲਡ ਇਨ ਵਨ ਟੇਬਲ ਦੈਟ ਇਜ਼ ਯੂਜ਼ਡ ਐਜ਼ ਏ ਪ੍ਰਾਇਮਰੀ ਕੀ, ਫੀਲਡ ਇਨ ਅਨਦਰ ਟੇਬਲ। ਆਪਾਂ ਉਸ ਕੀ ਨੂੰ ਕੀ ਕਵਾਂਗੇ ਜਿਸ ਵਿੱਚ ਇੱਕ ਟੇਬਲ ਦੀ ਜਿਹੜੀ ਕੀ ਹੈ, ਪ੍ਰਾਇਮਰੀ ਕੀ ਹੈ, ਉਸਦਾ ਜਿਹੜਾ ਫੀਲਡ ਹੈ ਕਿਸੇ ਦੂਸਰੇ ਟੇਬਲ ਵਿੱਚ ਯੂਜ਼ ਕਰ ਰਹੇ ਹਾਂ, ਠੀਕ ਹੈ। ਤਾਂ ਉਸ ਕੀ ਨੂੰ ਆਪਾਂ ਕੀ ਕਵਾਂਗੇ ਗਾਈਜ਼,
हाँ जी कमेंट करके दसो इस उस की ਨੂੰ ਆਪਾਂ ਕੀ ਕਹਿ ਦੇਵਾਂਗੇ ਫੋਰਨ ਕੀ बी ऑप्शन इज द करेक्ट आंसर। ठीक है एक टेबल बनया होया है दैन सैकेंड टेबल बनया है इस दी ਜਿਹੜੀ ਪ੍ਰਾਇਮਰੀ ਕੀ ਹੈ ਇਸ ਨੂੰ ਆਪਾਂ ਕਿਸੇ ਦੂਸਰੇ ਟੇਬਲ ਵਿੱਚ ਯੂਜ਼ ਕਰ ਰਹੇ ਹਾਂ। ਠੀਕ ਹੈ ਤੇ ਉਸ ਨੂੰ ਕੀ ਕਵਾਂਗੇ ਫੋਰਨ ਕੀ। ਫੋਰਨ ਕੀ ਇਜ਼ ਅ ਫੀਲਡ in one table that is used as the primary key in another table. Whenever a relationship is created between two tables, common field acts as a primary key in first table and foreign key in second table. ठीक है कि मतलब ਫੋਰਨ ਕੀ ਜਿਹੜੀ ਹੈਗੀ ਹੈ ਸਾਡੀ ਇੱਕ ਟੇਬਲ ਵਿੱਚ ਆਪਾਂ ਕ੍ਰੀਏਟ ਕਰਦੇ ਹਾਂ ਉਸ ਨੂੰ ਦੂਸਰੇ ਵਿੱਚ ਐਜ਼ ਏ ਪ੍ਰਾਇਮਰੀ ਕੀ ਲੈਂਦੇ ਹਾਂ ਜਾਂ ਫਸਟ ਦੀ ਪ੍ਰਾਇਮਰੀ ਕੀ ਨੂੰ ਕਿਸੇ ਦੂਸਰੇ ਟੇਬਲ ਵਿੱਚ ਜਦੋਂ ਆਪਾਂ ਯੂਜ਼ ਕਰਦੇ ਹਾਂ ਉਸ ਨੂੰ ਫੋਰਨ ਕੀ ਮੰਨਿਆ ਜਾਂਦਾ ਹੈ। ਠੀਕ ਹੈ ਜਿਹੜੇ ਕੀਜ਼ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਸੈੱਟ ਕਰਦੇ ਹਾਂ ਜਿਵੇਂ ਕੁਛ ਯੂਨੀਕ ਕੀ ਹੁੰਦੀ ਹੈ ਜਿਵੇਂ ਕਹਿ ਲਓ ਕਿ ਆਪਾਂ ਜਿਹੜੇ ਮਤਲਬ ਟੇਬਲ ਹੈਗਾ ਹੈ ਆਪਾਂ ਟੇਬਲ ਵਿੱਚੋਂ ਕੁਛ ਡਾਟਾ ਨੂੰ ਕਾਮਨ ਡਾਟਾ ਨੂੰ ਫੈਕਚ ਕਰਨਾ ਹੈ ਨਾ ਤੇ ਇੱਕ ਨਾਮ ਦੇ ਮਲਟੀਪਲ ਜਿਹੜੇ ਕੈਂਡੀਡੇਟਸ ਹੋ ਸਕਦੇ ਨੇ ਇੱਕ ਨਾਮ ਦੇ ਆਪਾਂ ਜੇਕਰ ਇੰਪਲੋਈ ਦਾ ਟੇਬਲ ਬਣਾਇਆ ਤੇ ਮਲਟੀਪਲ ਇੰਪਲੋਈਜ਼ ਇੱਕੋ ਨਾਮ ਦੇ ਸੇਮ ਨੇਮ ਦੇ ਹੋ ਸਕਦੇ ਨੇ ਸੇਮ ਡੇਟ ਆਫ ਬਰਥ ਵੀ ਹੋ ਜਾਂਦੀ ਹੈ ਕਈ ਵਾਰ ਹੈ ਨਾ ਮਤਲਬ ਇੱਕ ਡੁਪਲੀਕੇਸੀ ਆ ਜਾਂਦੀ ਹੈ ਇਸ ਲਈ ਸਾਨੂੰ ਕੀ ਸੈੱਟ ਕਰਨੀ ਪੈਂਦੀ ਹੈ ਕੀਜ਼ ਹੈ ਨਾ ਤੇ ਕੀ ਸੈੱਟ ਕਰਨ ਲਈ ਆਪਾਂ ਜਿਵੇਂ ਕਿ ਕੋਈ ਇੱਕ ਪਾਰਟੀਕੂਲਰ ਕੀ ਮਤਲਬ ਉਸ ਵਿੱਚ ਇੱਕ ਇੱਦਾਂ ਦੀ ਰੋ ਇਨਸਰਟ ਕਰਨੀ ਪੈਂਦੀ ਹੈ ਜਿਵੇਂ ਕਿ ਇੱਕ ਉਸਦੇ ਡਾਟਾ ਕੀ ਹੋਵੇ ਯੂਨੀਕ ਰਿਪਰੈਜ਼ੈਂਟ ਹੋਵੇ ਹੈ ਨਾ ਕਿ ਜਿਵੇਂ ਤੁਸੀਂ ਕਹਿ ਲਓ ਸਾਰਿਆਂ ਦਾ ਆਧਾਰ ਕਾਰਡ ਕੀ ਹੈਗਾ ਹੈ ਯੂਨੀਕ ਹੈ ਕੰਟੈਕਟ ਨੰਬਰ ਵੀ ਸਾਰਿਆਂ ਦਾ ਯੂਨੀਕ ਹੈ। ਠੀਕ ਹੈ ਇੱਦਾਂ ਹੀ ਜਿਹੜੀ ਇੱਕ ਮਤਲਬ ਆਪਾਂ ਜਦੋਂ ਟੇਬਲ ਬਣਾਉਂਦੇ ਹਾਂ ਮਤਲਬ ਜਦੋਂ ਆਪਾਂ ਡਾਟਾ ਵਿੱਚ ਐਂਟਰੀ ਕਰਦੇ ਹਾਂ ਸਾਨੂੰ ਉਸ ਟਾਈਮ 'ਤੇ ਕੀ ਸੈੱਟ ਕਰਦੇ ਹਾਂ ਜਿਹੜੀ ਕਿ ਇੱਕ ਯੂਨੀਕ ਹੈ ਇੱਕ ਡੁਪਲੀਕੇਸੀ ਤੋਂ ਬਿਨਾਂ ਹੋਵੇ ਉਸ ਵਿੱਚ ਜਿਹੜਾ ਡਾਟਾ ਹੈਗਾ ਬਾਰ-ਬਾਰ ਰਿਪੀਟੇਬਲ ਨਾ ਹੋਵੇ ਤੇ ਆਪਾਂ ਈਜ਼ੀਲੀ ਕੋਈ ਡਾਟਾ ਜੇਕਰ ਫੈਕਚ ਕਰਨਾ ਹੈ ਤੇ ਉਸਦੀ ਕੀ ਸੈੱਟ ਕਰੀਏ। ਠੀਕ ਹੈ ਉਸ ਕੀ ਦੇ ਥਰੂ ਆਪਾਂ ਉਸ ਨੂੰ ਫੈਕਚ ਕਰਕੇ ਕਿਸੇ ਦੂਸਰੇ ਟੇਬਲ ਵਿੱਚ ਕੀ ਕਰ ਸਕਦੇ ਹਾਂ ਇਨਫੋਰਮੇਸ਼ਨ ਨੂੰ ਸ਼ੋ ਕਰਵਾ ਸਕਦੇ ਹਾਂ। ਠੀਕ ਹੈ whenever relationship is created between two tables common field act as a primary key and first table and foreign key is second table। ठीक है तो समझ गई ਗੱਲ। हाँ जी ਨੈਕਸਟ ਕੁਐਸਚਨ 'ਤੇ ਚੱਲਦੇ ਹਾਂ ਧਿਆਨ ਨਾਲ ਸਟੇਟਮੈਂਟ ਪੜ੍ਹ ਲਿਆ ਕਰੋ ਦੈਨ ਮੈਨੂੰ ਫਟਾਫਟ ਆਨਸਰ ਦੇ ਦਿਆ ਕਰੋ। हाँ जी by what name are two or more field of a database table called when they are collectively used to specify the primary key। ਜਦੋਂ ਉਸ ਨੂੰ ਆਪਾਂ ਕਿਸ ਨਾਮ ਤੋਂ ਜਾਣਿਆ ਜਾਏਗਾ ਜਿਸ ਵਿੱਚ ਆਪਾਂ ਦੋ ਜਾਂ ਦੋ ਤੋਂ ਜ਼ਿਆਦਾ ਫੀਲਡ ਕਿਤੇ ਡਾਟਾਬੇਸ ਟੇਬਲ ਦੇ ਵੈਨ ਦੇ ਆਰ ਕਲੈਕਟਿਵਲੀ ਯੂਜ਼ ਟੂ ਸਪੈਸੀਫਾਈ ਪ੍ਰਾਇਮਰੀ ਕੀ ਹੈ ਨਾ ਜਦੋਂ ਆਪਾਂ ਇੱਕ ਪ੍ਰਾਇਮਰੀ ਕੀ ਨਹੀਂ ਯੂਜ਼ ਕਰਦੇ ਨਹੀਂ ਕੋਈ ਕਾਮਨ ਸਾਨੂੰ ਨਹੀਂ ਕੋਈ ਯੂਨੀਕ ਡਾਟਾ ਨਹੀਂ ਮਿਲਦਾ ਤੇ ਆਪਾਂ ਕੀ ਕਰਦੇ ਹਾਂ ਕਿਸੇ ਦੋ ਜਾਂ ਦੋ ਤੋਂ ਜ਼ਿਆਦਾ ਫੀਲਡ ਨੂੰ ਮਿਲਾ ਕੇ ਇੱਕ ਕੀ ਸੈੱਟ ਕਰ ਲੈਂਦੇ ਹਾਂ ਜੋ ਸਪੈਸੀਫਾਈ ਕਰਦਾ ਇੱਕ ਪ੍ਰਾਇਮਰੀ ਕੀ ਦੀ ਤਰ੍ਹਾਂ ਹੀ। ਠੀਕ ਹੈ ਤਾਂ ਉਸ ਨੂੰ ਕਿਹੜੇ ਨਾਮ ਦੇ ਕੀ ਕਿਹਾ ਜਾਂਦਾ ਹੈ ਉਹਨੂੰ ਕਿਹਾ ਜਾਂਦਾ ਕੰਪੋਜ਼ਿਟ ਕੀ। ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਫੀਲਡ ਡਾਟਾਬੇਸ ਟੇਬਲ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਫੀਲਡ ਨੂੰ ਮਿਲਾ ਕੇ ਇੱਕ ਸਪੈਸੀਫਾਈ ਕਰਵਾਉਂਦੇ ਆ ਪ੍ਰਾਇਮਰੀ ਕੀ ਨੂੰ। ਠੀਕ ਹੈ ਉਸ ਨੂੰ ਕਿਹਾ ਜਾਂਦਾ ਹੈ ਕੰਪੋਜ਼ਿਟ ਕੀ। ਕੰਪੋਜ਼ਿਟ ਨਾਮ ਤੋਂ ਪਤਾ ਚੱਲ ਰਿਹਾ ਜਿਹੜੇ ਦੋ ਜਾਂ ਦੋ ਤੋਂ ਜ਼ਿਆਦਾ ਫੀਲਡ ਨਾਲ ਬਣਾਈ ਗਈ ਹੈ। ਠੀਕ ਹੈ ਕੰਪੋਜ਼ਿਟ ਕੀ ਇਜ਼ ਅ ਫਾਰਮ when two or more fields of a database table are combined together in order to uniquely identify record stored in the table। ठीक है समझ गए मतलब ਕੰਪੋਜ਼ਿਟ ਕੀ ਉਸ ਨੂੰ ਹੀ ਕਿਹਾ ਜਾਂਦਾ ਹੈ ਜਦੋਂ ਆਪਾਂ ਦੋ ਜਾਂ ਦੋ ਤੋਂ ਜ਼ਿਆਦਾ ਫੀਲਡ ਨੂੰ ਸੈੱਟ ਕਰਦੇ ਹਾਂ। ਠੀਕ ਹੈ ਡਾਟਾਬੇਸ ਵਿੱਚ ਕੰਬਾਈਨ ਕਰਕੇ ਆਪਾਂ ਇੱਕ ਯੂਨੀਕਲੀ ਆਈਡੈਂਟੀਫਿਕੇਸ਼ਨ ਰਿਕਾਰਡ ਸਟੋਰ ਕਰਦੇ ਹਾਂ। ਠੀਕ ਹੈ ਉਸ ਨੂੰ ਕਿਹਾ ਜਾਂਦਾ ਹੈ ਕੰਪੋਜ਼ਿਟ ਕੀ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ ਗਾਇਸ 182 a database table has two fields or column that can be selected as a primary key। The first field or column will always be considered as a primary key and second field or column is called the। ਤੁਸੀਂ ਦੱਸਣਾ ਹੈ ਕਿ ਜਦੋਂ ਆਪਾਂ ਡਾਟਾਬੇਸ ਜਾਂ ਕਿਸੇ ਟੇਬਲ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਕੋਲਮਸ ਨੂੰ ਮਿਲਾ ਕੇ ਇੱਕ ਸਿਲੈਕਟ ਕਰਦੇ ਹਾਂ ਪ੍ਰਾਇਮਰੀ ਕੀ ਜਿਹੜਾ ਫਸਟ ਕੋਲਮ ਹੈ ਜਾਂ ਰੋ ਕਹਿ ਲਓ ਉਸ ਨੂੰ ਆਪਾਂ ਕੀ ਕਰ ਦਿੰਦੇ ਹਾਂ ਐਜ਼ ਏ ਕੰਸੀਡਰ ਕਰਦੇ ਹਾਂ ਪ੍ਰਾਇਮਰੀ ਕੀ ਜਿਹੜਾ ਸੈਕਿੰਡ ਫੀਲਡ ਹੈ ਉਸ ਨੂੰ ਕੀ ਕੰਸੀਡਰ ਕਰਵਾਂਗੇ। ਠੀਕ ਹੈ ਕੀ ਕਰਾਂਗੇ ਕੰਸੀਡਰ ਦੱਸੋ
ਉਸਨੂੰ ਕਵਾਂਗੇ ਕੈਂਡੀਡੇਟ ਕੀ। ਕਿਹੜੀ ਕੀ? B option is the correct answer. If table has more than one field key that can be selected as a primary key and the field that is not selected as a primary key is called a candidate key. ਦੋ ਜਾਂ ਦੋ ਤੋਂ ਫੀਲਡ ਦੇ ਆਪਾਂ ਜ਼ਿਆਦਾ ਕੀ ਸੈੱਟ ਕਰਤੀਆਂ। ਫਸਟ ਵਾਲੀ ਤੇ ਹਮੇਸ਼ਾ ਹੀ ਪ੍ਰਾਇਮਰੀ ਕੀ ਹੀ ਕੰਸੀਡਰ ਕੀਤੀ ਜਾਏਗੀ। ਜਿਹੜੀ ਸੈਕਿੰਡ ਵਾਲੀ ਹੈ ਉਸਨੂੰ ਕੀ ਕਿਹਾ ਜਾਏਗਾ? ਕੈਂਡੀਡੇਟ ਕੀ। ਕਿਹੜੀ ਕੀ ਕਿਹਾ ਜਾਏਗਾ? ਕੈਂਡੀਡੇਟ ਕੀ। ਨੈਕਸਟ ਕੁਐਸਚਨ ਹੈ ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਏ ਨੋਰਮਲ ਫੋਰਮ ਇਨ ਡਾਟਾ DVMS। ਡਾਟਾਬੇਸ ਮੈਨੇਜਮੈਂਟ ਸਿਸਟਮ ਕਹਿ ਲਓ, DVMS ਕਹਿ ਲਓ, ਇੱਕੋ ਹੀ ਗੱਲ ਹੈ। ਜਦੋਂ ਕੋਈ ਨੋਰਮਲ ਫੋਰਮ ਨਹੀਂ ਹੋਵੇ ਕਿਸ ਵਿੱਚ? DVMS ਵਿੱਚ। ਤਾਂ ਤੁਸੀਂ ਕੀ ਕਰੋਗੇ? ਹਾਂਜੀ, ਤੇ ਇਸਦਾ ਸਹੀ ਆਨਸਰ ਕੀ ਹੈ? 9NF। 9NF ਕੀ ਹੁੰਦਾ ਹੈ? ਦੇਖੋ ਨੋਰਮਲ ਫੋਰਮ ਵਿੱਚ ਆਪਾਂ ਕੀ ਕਹਿ ਸਕਦੇ ਹਾਂ? F ਲਗਾ ਲਿਓ ਇੱਥੇ। ਨੋਰਮਲ ਫੋਰਮ ਲਿਖ ਲਿਓ ਪੂਰਾ, ਠੀਕ ਹੈ। ਜਦੋਂ ਸਾਡਾ ਡਾਟਾ ਜਿਹੜਾ ਇੱਕ ਨੋਰਮਲਾਈਜ਼ ਫੋਰਮ, ਜਿਵੇਂ ਕਿ ਤੁਸੀਂ ਪੇਪਰਾਂ ਵਿੱਚ ਵੀ ਸੁਣਿਆ ਹੋਏਗਾ ਕਿ ਨੋਰਮਲਾਈਜੇਸ਼ਨ ਕੀਤੀ ਗਈ ਹੈ ਨਾ। ਅਤੇ ਨੋਰਮਲਾਈਜੇਸ਼ਨ ਦਾ ਮਤਲਬ ਤੁਹਾਨੂੰ ਪਤਾ ਹੀ ਹੋਏਗਾ, ਜਿਵੇਂ ਤੁਸੀਂ ਗੌਰਮੈਂਟ ਟੈਸਟ ਦਿੰਦੇ ਰਹਿੰਦੇ ਹੋ। ਦੈਨ ਹੁਣ ਵੀ ਜਿਹੜਾ ਸਾਡਾ ਇੱਕ ਰੇਲਵੇ ਦਾ ਟੈਸਟ ਹੋਇਆ ਸੀਗਾ, ਠੀਕ ਹੈ। ਅਤੇ ਉਸ ਵਿੱਚ ਵੀ ਮਤਲਬ ਗਰੁੱਪ D ਦਾ ਕਹਿ ਲਓ, ਕੋਈ ਵੀ ਟੈਸਟ ਹੁੰਦਾ ਹੈ ਸੈਂਟਰ ਪੇਪਰ, ਜਿਹਦੇ ਵਿੱਚ ਕੀ ਹੁੰਦਾ ਹੈ, ਕੋਈ ਪੇਪਰ ਬਹੁਤ ਹੀ ਟਫ ਆ ਜਾਂਦਾ ਹੈ, ਕੋਈ ਜ਼ਿਆਦਾ ਈਜ਼ੀ ਆ ਜਾਂਦਾ ਹੈ। ਤਾਂ ਉਸਦੇ ਜਿਹੜੇ ਮਾਰਕਸ ਨੇ ਉਹਨਾਂ ਨੂੰ ਨੋਰਮਲਾਈਜੇਸ਼ਨ ਦੇ ਨਾਲ ਕੀਤਾ ਜਾਂਦਾ, ਠੀਕ ਹੈ। ਅਤੇ ਉੱਦਾਂ ਹੀ ਆਪਾਂ ਡਾਟਾਬੇਸ ਵਿੱਚ ਵੀ ਆਪਾਂ ਯੂਜ਼ ਕਰਦੇ ਹਾਂ, ਠੀਕ ਹੈ। ਨੋਰਮਲਾਈਜੇਸ਼ਨ ਫੋਰਮ 1 2 3 ਐਂਡ 9 ਹੈ। ਅਤੇ ਤੁਸੀਂ ਦੱਸਣਾ ਹੈ ਕਿ ਇਸ ਵਿੱਚੋਂ ਜਿਹੜੀ ਨੋਰਮਲਾਈਜੇਸ਼ਨ ਫੋਰਮ ਨਹੀਂ ਹੈ, ਕਿਹੜੀ ਨੋਰਮਲਾਈਜੇਸ਼ਨ ਫੋਰਮ ਨਹੀਂ ਹੈ? ਅਤੇ ਕਿਹੜੀ ਨਹੀਂ ਹੈ? 9th ਕੋਈ ਵੀ ਤਰ੍ਹਾਂ ਦੀ ਨੋਰਮਲਾਈਜੇਸ਼ਨ ਨਹੀਂ ਹੈ। ਫਸਟ ਵੀ ਹੁੰਦੀ ਹੈ, ਸੈਕਿੰਡ ਵੀ ਹੁੰਦੀ ਹੈ, ਥਰਡ ਤਰ੍ਹਾਂ ਦੀ ਵੀ ਹੁੰਦੀ ਹੈ ਨਾ, ਠੀਕ ਹੈ। ਅਤੇ BCNF ਵੀ ਹੁੰਦੀ ਹੈ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਵਿਚ ਆਫ ਦੀ ਫੋਲੋਇੰਗ ਕਰੈਕਟਲੀ ਡਿਸਕ੍ਰਾਈਬ ਦਾ ਯੂਜ਼ ਆਫ ਐਨ ਇੰਟਰਪ੍ਰੇਟਰ। ਤੁਸੀਂ ਦੱਸੋ ਕਿ ਜਿਹੜਾ ਕਿ ਆਪਾਂ ਯੂਜ਼ ਕਰਦੇ ਹਾਂ ਇੰਟਰਪ੍ਰੇਟਰ ਦਾ, ਤਾਂ ਕਿਸ ਨੂੰ ਡਿਸਕ੍ਰਾਈਬ ਕਰਦਾ ਹੈ? ਉਸਦਾ ਫੰਕਸ਼ਨੈਲਿਟੀ ਕਹਿ ਲਓ, ਜਾਂ ਕਿਸ ਨੂੰ ਡਿਸਕ੍ਰਾਈਬ ਕਰਦਾ? ਇੰਟਰਪ੍ਰੇਟਰ ਦਾ ਕੰਮ ਕੀ ਹੈਗਾ ਹੈ? ਹਾਂਜੀ, ਅਤੇ ਇਸਦਾ ਕੰਮ ਕੀ ਹੈ? ਕਮੈਂਟ ਕਰਕੇ ਦੱਸੋ ਜਲਦੀ ਤੋਂ ਜਲਦੀ। ਜੋ ਸਟੂਡੈਂਟਾਂ ਨੇ ਲਾਸਟ ਵਾਲੀ ਵੀਡੀਓਜ਼ ਨਹੀਂ ਦੇਖੀਆਂ ਨੇ, ਲਾਸਟ 7 ਪਾਰਟ, 1 ਤੋਂ ਲੈ ਕੇ 7 ਪਾਰਟ ਜਿਹੜੇ ਆਪਾਂ ਨੇ ਕੰਪਲੀਟ ਕਰ ਲਏ ਨੇ, ਠੀਕ ਹੈ। ਤੁਸੀਂ ਕੀ ਕਰ ਸਕਦੇ ਹੋ? ਪਹਿਲੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਦੈਨ ਤੁਸੀਂ ਆਪਣੇ ਚੈਨਲ ਤੋਂ ਸਬਸਕ੍ਰਾਈਬ ਕਰਨ ਤੋਂ ਬਾਅਦ ਕਿੱਥੇ ਜਾਓਗੇ? ਪਲੇਲਿਸਟ 'ਤੇ ਜਾਓਗੇ। ਪਲੇਲਿਸਟ 'ਤੇ ਜਾ ਕੇ ਕੀ ਕਰਨਾ ਹੈਗਾ ਹੈ? PSPCL ਦਾ ਨਾਮ ਦਾ ਇੱਕ ਫੋਲਡਰ ਬਣਿਆ ਹੋਏਗਾ ਕੰਪਿਊਟਰ ਦਾ, ਇੱਕ ਬਣਿਆ ਹੋਏਗਾ ਕੰਪਿਊਟਰ MCQ ਦਾ। ਜਿਨ੍ਹਾਂ ਸਟੂਡੈਂਟਾਂ ਨੇ ਲਾਸਟ ਵਾਲੀ ਵੀਡੀਓਜ਼ ਨਹੀਂ ਦੇਖੀਆਂ, 1 by 1 ਡੇਲੀ ਦੇਖਣਾ ਸਟਾਰਟ ਕਰ ਦਿਓ, ਠੀਕ ਹੈ। ਸਾਡੇ ਜਿਹੜੇ ਆਪਣੇ ਲਾਸਟ ਜਿੰਨੇ ਬੇਸਿਕ ਕੁਐਸਚਨ ਕਰਵਾਉਂਦੇ ਸੀਗੇ ਆਪਾਂ, ਬੇਸਿਕ ਕੰਪਿਊਟਰ ਸਾਇੰਸ ਦੇ ਕਹਿ ਲਓ, MS Office ਦੇ ਨਾ, IT ਦੇ ਬੇਸ ਦੇ ਕੁਐਸਚਨ ਜਿੰਨੇ ਵੀ ਅੱਜ ਤੱਕ ਕਰਵਾਏ ਨੇ, ਸਭ ਉਹਨਾਂ ਫੋਲਡਰਾਂ ਵਿੱਚ ਪਏ ਨੇ। ਤੁਸੀਂ 1 by 1 ਤੁਸੀਂ ਸੇਵ ਕਰਕੇ ਦੇਖ ਸਕਦੇ ਹੋ, ਠੀਕ ਹੈ। ਦੇਖੋ, ਤੇ ਇੰਟਰਪ੍ਰੀਟਰ ਦਾ ਕੰਮ ਕੀ ਹੁੰਦਾ ਹੈ? ਕਨਵਰਟ ਕਰਦਾ ਹਾਈ ਲੈਵਲ ਲੈਂਗੁਏਜ ਨੂੰ ਕਿਸ ਵਿੱਚ? ਲੋ ਲੈਵਲ ਲੈਂਗੁਏਜ ਵਿੱਚ, ਠੀਕ ਹੈ। ਹਾਈ ਲੈਵਲ ਲੈਂਗੁਏਜ ਨੂੰ ਕਿਸ ਵਿੱਚ ਮਤਲਬ ਜਿਵੇਂ ਕਹਿ ਲਓ ਕਿ ਕੰਪਿਊਟਰ ਦਾ ਇੱਕ ਇੱਦਾਂ ਦਾ ਪ੍ਰੋਗਰਾਮ ਹੈ ਜਿਹੜਾ ਹੈਲਪ ਕਰਦਾ ਹੈ ਐਗਜ਼ੀਕਿਊਟ ਕਰਨ ਲਈ ਪ੍ਰੋਗਰਾਮ ਰਿਟਨ ਇਨ ਹਾਈ ਲੈਵਲ ਲੈਂਗੁਏਜ ਵਿਦਾਊਟ ਦੀ ਨੀਡ ਆਫ ਕੰਪਾਈਲਿੰਗ ਦੈਮ ਫਸਟ, ਠੀਕ ਹੈ। ਇੰਟਰਪ੍ਰੇਟਰ ਤੁਸੀਂ ਹੋਰ ਵੀ ਇੱਕ ਵਰਡ ਸੁਣਿਆ ਹੋਏਗਾ, ਜਿਹੜਾ ਸਾਡੀ ਮਤਲਬ ਲੈਂਗੁਏਜ ਨੂੰ ਚੇਂਜ ਕਰਦਾ ਹੈ। ਜਿਵੇਂ ਕਹਿ ਲਓ ਸਾਡੇ ਮਤਲਬ CM ਸਾਹਿਬ ਜਾਂ ਕੋਈ ਬਾਹਰ ਹੈ ਨਾ, ਕੋਈ ਮਿਨਿਸਟਰਸ ਹੁੰਦੇ ਨੇ, ਉਹਨਾਂ ਨੇ ਇੱਕ ਡਿਵਾਈਸ ਰੱਖਿਆ ਹੁੰਦਾ ਇੰਟਰਪ੍ਰੇਟਰ, ਜਿਹੜੀ ਕਿ ਲੈਂਗੁਏਜ ਜਿਵੇਂ ਕਿ ਫੋਰਨ ਵਿੱਚ ਜਾਂਦੇ ਨੇ, ਉਹਨਾਂ ਨੂੰ ਕੋਈ ਲੈਂਗੁਏਜ ਵਿੱਚ ਪ੍ਰੋਬਲਮ ਹੁੰਦੀ ਹੈ ਅੰਡਰਸਟੈਂਡਿੰਗ ਵਿੱਚ, ਅਤੇ ਉਹ ਕੀ ਕਰਦੇ ਨੇ? ਉਸ ਮਸ਼ੀਨ ਦਾ, ਉਸ ਡਿਵਾਈਸ ਦਾ ਯੂਜ਼ ਕਰਦੇ ਨੇ, ਜਿਸ ਨਾਲ ਉਹ ਈਜ਼ੀਲੀ ਅੰਡਰਸਟੈਂਡ ਕਰ ਸਕਦੇ ਨੇ ਉਸ ਲੈਂਗੁਏਜ ਨੂੰ, ਠੀਕ ਹੈ। ਉਸ ਦੀ ਵੋਇਸ ਨੂੰ ਰਿਕੋਗਨਾਈਜ਼ ਕਰਦਾ, ਦੈਨ ਉਸਨੂੰ ਟਰਾਂਸਲੇਟ ਕਰਕੇ ਦੱਸਦਾ ਹੈ, ਠੀਕ ਹੈ। ਇਵੇਂ ਹੀ ਤੁਸੀਂ ਯਾਦ ਰੱਖਣਾ ਇੰਟਰਪ੍ਰੇਟਰ ਦਾ ਕੰਮ ਕੀ ਹੈਗਾ ਹੈ। ਇਹ ਹੈਲਪ ਕਰਦਾ ਕਿਸ ਨੂੰ? ਐਗਜ਼ੀਕਿਊਟ ਕਰਨ ਨੂੰ। ਜਿਹੜੇ ਹਾਈ ਲੈਵਲ ਲੈਂਗੁਏਜ ਵਿੱਚ ਪ੍ਰੋਗਰਾਮ ਲਿਖੇ ਹੁੰਦੇ ਨੇ, ਉਸ ਨੂੰ ਕੀ ਕਰਦਾ? ਕਿਸ ਵਿੱਚ ਕਨਵਰਟ ਕਰਦਾ? ਲੋ ਲੈਵਲ ਲੈਂਗੁਏਜ ਵਿੱਚ। ਯਾਦ ਰਹੇਗਾ, ਠੀਕ ਹੈ, ਵਿਦਾਊਟ ਦੀ ਕੰਪਾਈਲੇਸ਼ਨ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਇਨਕਰੈਕਟ ਅਬਾਊਟ ਦੀ ਯੂਨੀਕ ਕੀ ਕੰਸਟ੍ਰੇਂਟ।
ਧਿਆਨ ਨਾਲ ਪੜ੍ਹਨੀ ਹੈ ਸਟੇਟਮੈਂਟ। ਦੈਨ 5 ਆਪਸ਼ਨ ਦਿੱਤੇ ਨੇ, ਧਿਆਨ ਨਾਲ ਦੇਖ ਲਵੋ। ਹਾਂਜੀ 185 ਦਾ ਕੁਐਸਚਨ ਹੈ ਸਹੀ, ਤਾਂ ਜਲਦੀ ਤੋਂ ਜਲਦੀ ਆਨਸਰ ਦੇਵੋ। Is correct answer B. One table can have only one unique key. ਕਿਹਾ ਗਿਆ ਹੈ ਕਿ ਸਟੇਟਮੈਂਟਾਂ ਵਿੱਚੋਂ ਕਿਹੜੀ ਇਨਕਰੈਕਟ ਸੀਗੀ, ਕਿਸ ਬਾਰੇ? ਯੂਨੀਕ ਕੀ ਬਾਰੇ, ਯੂਨੀਕ ਕੀ ਕੰਸਟ੍ਰੇਂਟ ਬਾਰੇ ਜਿਹੜੀ ਇਨਕਰੈਕਟ ਸਟੇਟਮੈਂਟ ਸੀਗੀ ਤੁਸੀਂ ਉਹ ਦੱਸਣੀ ਸੀਗੀ, ਪਹਿਚਾਨਣੀ ਸੀਗੀ। ਯੂਨੀਕ ਕੀ ਕੋਲਮ ਡੂ ਨਾਟ ਐਕਸੈਪਟ ਡੁਪਲੀਕੇਟ ਵੈਲਿਊ, ਠੀਕ ਹੈ, ਤੇ ਆ ਵੀ ਸਹੀ ਹੈ। ਬਾਈ ਡਿਫਾਲਟ unique key column accept null value unless the not null constraint is specified। null value ਦਾ ਮਤਲਬ ਕੀ ਹੁੰਦਾ ਹੈ? ਜਦੋਂ ਆਪਾਂ ਟੇਬਲ ਕ੍ਰੀਏਟ ਕਰਦੇ ਹਾਂ, ਨਲ ਦਾ ਮਤਲਬ ਹੁੰਦਾ ਹੈ ਕਿ ਉਸ ਵੈਲਿਊ ਨੂੰ ਜਦੋਂ ਆਪਾਂ ਇਨਸਰਟ ਕਰਦੇ ਹਾਂ, ਐਂਟਰ ਕਰਦੇ ਹਾਂ, ਉਸਨੂੰ ਆਪਾਂ ਨਲ ਮਤਲਬ ਉਸਨੂੰ ਐਮਟੀ ਨਹੀਂ ਛੱਡ ਸਕਦੇ, ਉਸ ਕੋਲਮ ਨੂੰ, ਉਸਨੂੰ ਲੈਵਲ ਨੂੰ ਕਹਿ ਲਓ, ਹਾਂ ਜਿੱਦਾਂ ਤੁਸੀਂ ਫੋਰਮ ਫਿਲ ਕਰਦੇ ਹੋਣਗੇ ਕਈ ਵਾਰ ਦੇਖਿਆ ਹੋਏਗਾ ਕਿ ਉੱਥੇ ਮਤਲਬ ਇੱਕ ਮੈਂਡੇਟਰੀ ਲਿਖਿਆ ਹੁੰਦਾ ਹੈ ਕਿ ਹਾਂਜੀ ਆਹ ਕੋਲਮ ਤੁਸੀਂ ਜ਼ਰੂਰੀ ਭਰਨਾ ਹੀ ਹੈਗਾ। ਜੇ ਤੁਸੀਂ ਸਕਿਪ ਕਰਨਾ ਚਾਹੁੰਦੇ ਹੋ ਤਾਂ ਉਹ ਜਿਹੜਾ ਤੁਹਾਡਾ ਫੋਰਮ ਹੁੰਦਾ ਹੈ ਸਬਮਿਟ ਨਹੀਂ ਹੋ ਪਾਉਂਦਾ। ਕਿਉਂਕਿ ਉਸ ਵਿੱਚ ਆਪਾਂ ਕੰਸਟ੍ਰੇਂਟ ਸੈੱਟ ਕੀਤਾ ਹੁੰਦਾ ਹੈ ਕਿ ਹਾਂਜੀ ਇਸ ਵਿੱਚ ਇੱਕ ਯੂਨੀਕ ਵੈਲਿਊ ਆਏਗੀ, ਦੈਨ ਨੋਟ ਨਲ ਵੈਲਿਊ ਆਏਗੀ ਨਾ, ਸਮਝ ਗਏ। ਨੈਕਸਟ ਹੈ ਦ ਸੇਮ ਕੰਬੀਨੇਸ਼ਨ ਆਫ ਕੋਲਮ ਸ਼ੁੱਡ ਨੋਟ ਵੀ ਮੇਕ ਬੋਥ ਯੂਨੀਕ ਐਂਡ ਪ੍ਰਾਇਮਰੀ ਕੀ, ਠੀਕ ਹੈ। ਦੇਖੋ ਯੂਨੀਕ ਕੀ ਬਾਰੇ ਦੱਸਿਆ ਹੋਇਆ ਹੈ ਕਿ ਸਿੰਸ ਵਨ ਟੇਬਲ ਕੈਨ ਹੈਵ ਦੀ ਮੋਸਟ ਵਨ ਪ੍ਰਾਇਮਰੀ ਕੀ ਟੂ ਅਵੋਇਡ ਡੁਪਲੀਕੇਟ is other column of the table, unique key can be defined। we can make one or more unique key in a single table। ਇੱਕ ਜਾਂ ਇੱਕ ਤੋਂ ਜ਼ਿਆਦਾ ਆਪਾਂ ਯੂਨੀਕ ਕੀ ਸੈੱਟ ਕਰ ਸਕਦੇ ਹਾਂ ਕਿਸੇ ਸਿੰਗਲ ਟੇਬਲ 'ਤੇ, ਠੀਕ ਹੈ। ਜਿਹੜੀ ਇੱਕ ਪ੍ਰਾਇਮਰੀ ਕੀ ਆਪਾਂ ਸੈੱਟ ਕੀਤੀ ਹੁੰਦੀ ਹੈ, ਅਵੋਇਡ ਕੀ ਕਰਦੀ ਹੈ? ਡੁਪਲੀਕੇਸੀ ਨੂੰ, ਕਿ ਆਪਾਂ ਡੁਪਲੀਕੇਟ ਮਤਲਬ ਡੁਪਲੀਕੇਟ ਜਿਹੜੀ ਵੈਲਿਊਜ਼ ਆਪਾਂ ਫਿਲ ਕਰਦੇ ਹਾਂ ਉਸਨੂੰ ਨਹੀਂ ਫਿਲ ਕਰ ਸਕਦੇ। ਲੇਕਿਨ ਯੂਨੀਕ ਕੀ ਜਿਹੜੀ ਹੁੰਦੀ ਹੈ ਇੱਕ ਡਿਫਾਈਨ ਕੀ ਕਰਦੀ ਹੈ ਕਿ ਆਪਾਂ ਇਸ ਵਿੱਚ ਇੱਕ ਤੋਂ ਜ਼ਿਆਦਾ ਕੀਜ਼ ਨੂੰ ਸੈੱਟ ਕਰ ਸਕਦੇ ਹਾਂ ਕਿਸੇ ਇੱਕ ਸਿੰਗਲ ਟੇਬਲ 'ਤੇ। ਲੇਕਿਨ ਇੱਕ ਕੋਲਮ, ਇੱਕ ਜਿਹੜਾ ਟੇਬਲ ਹੁੰਦਾ ਉਸ 'ਤੇ ਇੱਕ ਓਨਲੀ ਸਿੰਗਲ ਹੀ ਪ੍ਰਾਇਮਰੀ ਕੀ ਲਗਾ ਸਕਦੇ ਹਾਂ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ ਗਾਈਸ। ਜੇਕਰ ਤੁਹਾਨੂੰ ਸਮਝ ਆ ਰਿਹਾ ਤਾਂ ਵੀ ਕਮੈਂਟ ਕਰਕੇ ਦੱਸੋ, ਨਹੀਂ ਆ ਰਿਹਾ ਫਿਰ ਵੀ ਪੁੱਛੋ, ਕੁਛ ਡਾਊਟ ਹੈਗਾ ਇਹ 'ਤੇ। ਦੇਖੋ ਇਨ PowerPoint dash view display all the slide of the presentation as a thumbnail and is helpful for repositioning slides। ਬਹੁਤ ਹੀ ਈਜ਼ੀ ਬੇਸਿਕ ਕੁਐਸਚਨ ਕਹਿ ਸਕਦੇ ਹਾਂ। ਕਹਿੰਦੇ ਜੇਕਰ ਆਪਾਂ MS ਵਰਡ ਵਿੱਚ ਆਪਾਂ ਕੀ ਯੂਜ਼ ਕਰਾਂਗੇ ਜਿਸ ਵਿੱਚ ਸਾਨੂੰ ਸਾਰੀਆਂ ਸਲਾਈਡਸ ਨੇ ਜਿਹੜੀਆਂ ਡਿਸਪਲੇ ਹੋ ਜਾਣਗੀਆਂ, ਠੀਕ ਹੈ, ਜਿਹੜਾ ਆਪਾਂ ਪ੍ਰੈਜੈਂਟੇਸ਼ਨ ਜਿਹੜੀਆਂ ਬਣਾਈਆਂ ਹੁੰਦੀਆਂ ਨੇ ਉਸ ਦਾ ਥੰਬਨੇਲ ਜਿਹੜਾ ਸਾਡਾ ਡਿਸਪਲੇ ਹੋ ਜਾਏਗਾ, ਅਤੇ ਇੱਕ ਮਤਲਬ ਇੱਕ ਹੈਲਪ ਕਰੇਗਾ ਕਿਸ ਲਈ? ਰੀਪੋਜੀਸ਼ਨਿੰਗ ਸਲਾਈਡਸ ਲਈ, ਹੈ ਨਾ। ਆਪਾਂ ਡਾਇਨਮਿਕ ਕੋਈ ਵੀ ਆਪਾਂ ਸਲਾਈਡ ਨੂੰ ਉਠਾ ਕੇ ਕੀ ਕਰ ਸਕਦੇ ਹਾਂ? ਪਲੇ ਕਰ ਸਕਦੇ ਹਾਂ। ਹਾਂਜੀ, ਅਤੇ ਇਹਦਾ ਸਹੀ ਆਨਸਰ ਕੀ ਹੈ ਗਾਈਸ? ਸਲਾਈਡ ਸੋਰਟਰ, ਬੀ ਆਪਸ਼ਨ ਇਜ਼ ਦੀ ਕਰੈਕਟ ਆਨਸਰ। ਬੀ ਆਪਸ਼ਨ ਸਲਾਈਡ ਸੋਰਟਰ, ਠੀਕ ਹੈ। ਤੁਸੀਂ ਦੇਖਿਆ ਹੋਏਗਾ ਜਦੋਂ ਤੁਸੀਂ MS ਵਰਡ ਆਪਣਾ MS PowerPoint ਯੂਜ਼ ਕਰਦੇ ਹੋ, ਕਿਉਂਕਿ ਪ੍ਰੈਜੈਂਟੇਸ਼ਨ ਕਿਸ ਵਿੱਚ ਬਣਦੀ ਹੈ? ਪ੍ਰੈਜੈਂਟੇਸ਼ਨ ਤਾਂ ਹਮੇਸ਼ਾ ਆਪਣੇ PowerPoint ਵਿੱਚ ਬਣਦੀ ਹੈ ਨਾ। ਦੇਖੋ ਦੀ ਸਲਾਈਡ ਸੋਰਟਰ ਵਿਊ ਇਜ਼ ਪਾਵਰਫੁਲ ਫੀਚਰ, ਇੱਕ ਇੱਦਾਂ ਦਾ ਫੀਚਰ ਹੈਗਾ ਹੈ ਜਿਸ ਵਿੱਚ ਜਿਹੜੇ PowerPoint ਨੇ ਆਪਾਂ ਸਲਾਈਡਾਂ ਬਣਾਈਆਂ ਹੁੰਦੀਆਂ ਨੇ ਡਿਸਪਲੇ ਹੋ ਜਾਂਦੀਆਂ ਨੇ ਇੱਕ ਸਿੰਗਲ ਸਕਰੀਨ 'ਤੇ ਇਨ ਦੀ ਫੋਰਮ ਆਫ ਥੰਬਨੇਲ, ਠੀਕ ਹੈ। ਇਨ ਦਿਸ ਵਿਊ ਯੂ ਕੈਨ ਚੇਂਜ ਦਾ ਸੀਕੁਐਂਸ ਆਫ ਦੀ ਸਲਾਈਡ, ਅਤੇ ਇਸ ਨਾਲ ਤੁਸੀਂ ਈਜ਼ੀਲੀ ਉਸਦੀ ਰੀਪੋਜੀਸ਼ਨਿੰਗ ਕਰ ਸਕਦੇ ਹੋ, ਮਤਲਬ ਉਸਦੀ ਜਿਹੜੀ ਪੋਜੀਸ਼ਨ ਹੈ ਚੇਂਜ ਕਰ ਸਕਦੇ ਹੋ, ਸੀਕੁਐਂਸ ਨੂੰ ਚੇਂਜ ਕਰ ਸਕਦੇ ਹੋ ਕਿਸ ਦੀ? ਸਲਾਈਡਸ ਜਿਹੜੀਆਂ ਆਪਾਂ ਬਣਾਈਆਂ ਹੁੰਦੀਆਂ ਨੇ। ਸਮਝ ਗਏ। ਨੈਕਸਟ ਕੁਐਸਚਨ ਚੱਲਦੇ ਹਾਂ। ਮੂਵਿੰਗ ਏ ਪੈਰਾਗ੍ਰਾਫ ਇਨ MS ਵਰਡ ਫਰੋਮ ਵਨ ਪਲੇਸ ਟੂ ਅਨਦਰ ਕੈਨ ਵੀ ਡਨ ਬਾਏ ਵਿਚ ਆਫ ਦੀ ਫੋਲੋਇੰਗ ਐਕਸ਼ਨਸ। 187th ਕੁਐਸਚਨ ਹੈ। ਹਾਂਜੀ, ਅਤੇ ਇਸਦਾ ਸਹੀ ਆਨਸਰ ਕੀ ਹੋਏਗਾ? ਸੀ ਆਪਸ਼ਨ। ਸਹੀ ਆਨਸਰ ਕੀ ਹੋਏਗਾ? ਸੀ ਆਪਸ਼ਨ। ਸੀ ਆਪਸ਼ਨ ਇਜ਼ ਦੀ ਸਿਲੈਕਟ ਕੱਟ ਕਾਪੀ ਪੇਸਟ ਹੈ, ਸਿਲੈਕਟ ਕੱਟ ਐਂਡ ਪੇਸਟ, ਠੀਕ ਹੈ। ਆਪਾਂ ਜਦੋਂ ਕਾਪੀ ਵੀ ਕਰਦੇ ਹਾਂ, ਲੇਕਿਨ ਕਾਪੀ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਆਪਾਂ ਚੀਜ਼ ਇੱਕ ਜਗ੍ਹਾ 'ਤੇ ਲਿਖੀ ਹੋਈ ਹੈ, ਇੱਕ ਜਗ੍ਹਾ 'ਤੇ ਰੱਖੀ ਹੋਈ ਹੈ, ਉਸ ਦਾ ਸੇਮ ਮਤਲਬ ਉਸਨੂੰ ਹੀ ਸੇਮ ਆਪਾਂ ਕਿਸੇ
सेम लोकेशन ते उत्थे भी रवे एंड वो सेम ही किसी दूसरी लोकेशन विच भी सेम एज इट ए कॉपी हो जाए। तो आप उस टाइम आप यूज़ करते हैं कॉपी ऑप्शन। बट आप चाहते उसनू मूव करना है। एक पैराग्राफ विच आपां कुछ लिखिया होया है MS वर्ड विच ना, MS वर्ड फ्रॉम वन प्लेस टू अनदर, दैन आप की एक्शन परफॉर्म करांगे, पहले सिलैक्ट करांगे उस चीज़ नूं जो आप लिखी होई है, दैन उसनू कट करांगे तो किसी दूसरी लोकेशन ते की कर देवांगे, पेस्ट कर देवांगे। कमांड जड़ियाँ होंदियां ने कट कॉपी पेस्ट सिलैक्ट करन दी, मैनूं लिख के दसो ये शॉर्टकट कीज़ की होंदियां ने। कहते यू कैन मूव ए लैटर वर्ड पैराग्राफ बाय फर्स्ट सिलैक्टिंग इट एंड इट्स कटिंग इट एंड पेस्टिंग टू आइडेंटेड लोकेशन। आइडेंटेड लोकेशन मतलब अपने मुताबिक किसी भी लोकेशन ते तुसीं उसनूं पेस्ट कर सकते हो ना। तो मैनूं जल्दी तो जल्दी मैनूं लिख के दसो, कमेंट करके दसो कि अब सिलैक्ट करना होवे जेकर कोई पर्टिकुलर लाइन नूं सिलैक्ट करना है, सेंटेंस नूं जां पूरे पैराग्राफ नूं कह लो, किहड़ी कमांड यूज़ करांगे, कॉपी करन लई किहड़ी कमांड यूज़ करांगे, पेस्ट करन लई किहड़ी यूज़ करांगे, कट करन लई किहड़ी यूज़ करांगे, है ना। ते सब शॉर्टकट कीज़ तुहानूं आउणियां चाहीदियां ने। कमेंट करके दसो मैनूं जल्दी तो जल्दी, मैं वेट करदी पई आं आंसर दा। हाँ जी हाँ जी, यस गुड इज़ द करैक्ट। नैक्सट क्वेश्चन देख लो हुण। Which of the following are tags when placed on an animal can we use to record and track in a database all of the animal movement? बहुत ही इंपॉर्टेंट क्वेश्चन है। इदां दे क्वेश्चन काफ़ी बार आ जाते हैं। एक टैक्नोलॉजी का कह लो, ठीक है। कंप्यूटर की हैगी, एक टैक्नोलॉजी ही हैगी, तुहानूं अपडेट रहना चाहिए हमेशा ही। कंप्यूटर बारे नॉलेज रखनी चाहिए है, हिस्टरी तो लैके हुण तक जिन्ना भी आपां अपडेट न्यू टैक्नोलॉजी आंदियां ने, ठीक है। देखो क्वेश्चन विच क्या गया है कि आपां किस तरह का टैग यूज़ करांगे जिस विच की है ਜਿਹੜੇ एनिमल्स ने मूवमेंट करते हैं एक जगह तो दूसरी जगह विच, है ना। तो उन्हां ते आपां कुछ टैग यूज़ किए होंगे ने जिहड़े कि सानूं करते हैं, रिकॉर्ड रखते हैं उन्हां दा, कि जिहड़े ट्रैक करके दसदे ने कि हाँ जी, ते डाटा अपने आप की हो जाता, स्टोर हो जाता उस डाटाबेस विच, कि जिहड़ा एनिमल्स की पोजीशन नूं दसदा है। हाँ जी, भी इस जगह ते एनिमल इस ते है, उसनूं ट्रैक करते हैं टाइम टू टाइम। तो दसो मैनूं कमेंट करके तुहानूं पता है तो 188 का सही आंसर की होएगा। देख लो ऑप्शन देख लो। हाँ जी यस, पता सब नूं। इज़ द करैक्ट आंसर बी ऑप्शन RFID। देखो RFID एक तरह का एकदम मतलब कह सकते हैं एक इलैक्ट्रोमैगनेटिक फील्ड है जिहड़ा ऑटोमैटिकली की करता है, आइडेंटिफाई करता है, ट्रैक करता है, ठीक है। जरूरी नहीं है एनीमल नूं ही, किसी मतलब इदां दे ओल्ड एज मैन नूं भी लगा सकते हैं जिहड़ा कि मतलब इदां वॉकिंग टाइम इदां सेंसर हुंदे ने जिहड़ा कि साडी टाइम टू टाइम लोकेशन दसदे ने। पेशेंट नूं लगा सकते हैं ना, जिहड़े कि मतलब जिन्हां नूं आपां सोचते हैं कि हाँ जी इन्हां दी केयर आपां इन्हां दे नाल रह के नहीं कर सकते, लेकिन आपां किते भी जाइए एक इन्हां नूं ट्रेस कर सकते हैं, ट्रैक कर सकते हैं भी हाँ जी इन्हां नूं, है ना। इदां उन्हां दी मूवमेंट नूं, हर तरह की मूवमेंट नूं। तो RFID की फुल फॉर्म देख लो, रेडियो फ्रिक्वेंसी आइडेंटिफिकेशन। रेडियो फ्रिक्वेंसी आइडेंटिफिकेशन, ठीक है। द टैग्स कंटेन इलैक्ट्रॉनिकली स्टोर इनफॉर्मेशन। एक इदां दे टैग होंदे ने जिहड़े कंटेन करके रखते हैं किस नूं, इनफॉर्मेशन नूं, जिहड़ी की हुंदी है इलैक्ट्रॉनिकली स्टोर हुंदी है। पैसिव टैग कलैक्ट एनर्जी फ्रॉम वन नियर बाई RFID रीडर इंटैरोगेटिंग रेडियो वेव्स, ठीक है। तो रेडियो वेव्स के थ्रू सानूं जिहड़ा मतलब आपां डाटा नूं की कर सकते हैं, मतलब एक इदां सेंसर कह सकते हैं जिहड़ा कि साडा ऑटोमैटिकली की करता है, कलैक्ट करता एनर्जी फ्रॉम जिन्ने भी RFID हुंदियां ने, इंटैरोगेटिव रेडियो वेव्स हुंदियां ने, उन्हां दे थ्रू आइडेंटिफाई करवा के एंड ट्रैक करता है, ठीक है। तो स्टोर कर दिंदा डाटा नूं डाटाबेस विच, है ना। तो सानूं टाइम टू टाइम इसकी जानकारी मिलती रहती है। हाँ जी, वो मूवमेंट बारे पता चलता रहता है। देखो इसका नैक्सट क्वेश्चन की होएगा, विच ऑफ द फॉलोइंग स्टेटमेंट इज़ ट्रू फॉर बेस बैंड सिग्नल। बेस बैंड सिग्नल बारे तो जेकर तुहानूं पता होएगा दसो मैनूं कमेंट करके। इज़ द करैक्ट आंसर की डी ऑप्शन, A and B आर दी बोथ करैक्ट आंसर। बेस बैंड सिग्नल किहड़े हुंदे ने, इज़ ए सोर्स सिग्नल,
इट्स फ्रिक्वेंसी इज रिलेटिवली क्लोज टू जीरो। दोनों ऑप्शन सही ने, ठीक है, मतलब डी ऑप्शन इज द करेक्ट आंसर। देखो बेस बैंड सिग्नल आर द इंफॉर्मेशन सिग्नल दैट आर ट्रांसमिटेड विदाउट मॉड्यूलेशन। विदाउट मॉड्यूलेशन, मॉड्यूलेशन ਹੁੰਦਾ ਜਿਹੜਾ मॉड्यूलेशन ਡੀਮੋਡੂਲੇਸ਼ਨ ਕਿਸ ਦਾ ਵਰਕ ਹੈ, ਮੋਡਮ ਦਾ ਵਰਕ ਹੈ, ਠੀਕ ਹੈ। ਮੋਡਮ ਨੂੰ ਆਪਾਂ ਕਹਿ ਦਿੰਦੇ ਆ ਮੋਡੂਲੇਸ਼ਨ ਕਰਦਾ ਸਾਡੇ ਸਿਗਨਲਸ ਨੂੰ, ਡਿਜੀਟਲ ਨੂੰ ਅਨਾਲੋਗ ਵਿੱਚ, ਅਨਾਲੋਗ ਨੂੰ ਡਿਜੀਟਲ ਵਿੱਚ ਕਨਵਰਟ ਕਰਦਾ। ਤੇ ਬੇਸ ਬੈਂਡ ਸਿਗਨਲ ਕਿਹੜੇ ਹੁੰਦੇ ਨੇ, ਜਿਹੜੇ ਇਨਫੋਰਮੇਸ਼ਨ ਨੂੰ ਮਤਲਬ ਵਿਦਾਊਟ ਮੋਡੂਲੇਸ਼ਨ ਟਰਾਂਸਮਿਟ ਕਰਦੇ ਨੇ। ਇਹਨਾਂ ਸਿਗਨਲਸ ਦੀ ਜਿਹੜੀ ਫ੍ਰੀਕੁਐਂਸੀ ਕਿੰਨੀ ਹੁੰਦੀ ਹੈ, ਰਿਲੇਟਿਵਲੀ ਕਲੋਜ਼ ਟੂ ਜ਼ੀਰੋ, ਰਿਲੇਟਿਵਲੀ ਕਲੋਜ਼ ਟੂ ਜ਼ੀਰੋ। ਨੈਕਸਟ ਕੁਐਸਚਨ ਚਲਦੇ ਹਾਂ, ਵਿਚ ਆਫ ਦੀ ਫੋਲੋਇੰਗ ਐਪਲੀਕੇਸ਼ਨ ਲੇਅਰ ਪ੍ਰੋਟੋਕੋਲ ਡਜ਼ ਨੋਟ ਯੂਜ਼ UDP। ਉਸ ਐਪਲੀਕੇਸ਼ਨ ਲੇਅਰ ਦਾ ਨਾਮ ਦੱਸਣਾ, ਮਤਲਬ ਐਪਲੀਕੇਸ਼ਨ ਜਿਹੜੀ ਐਪਲੀਕੇਸ਼ਨ ਲੇਅਰ ਪ੍ਰੋਟੋਕੋਲ ਹੈਗਾ ਹੈ ਜਿਹੜਾ ਯੂਜ਼ ਨਹੀਂ ਕਰਦਾ UDP ਨੂੰ। ਹਾਂਜੀ, ਤੇ ਇਹਦਾ ਸਹੀ ਆਨਸਰ ਕੀ ਹੋਏਗਾ, ਇਜ਼ ਦ ਕਰੈਕਟ ਆਨਸਰ FTP। FTP ਸਟੈਂਡ ਫॉर ਫਾਈਲ ਟ੍ਰਾਂਸਫਰ ਪ੍ਰੋਟੋਕੋਲ। ਦੇਖੋ ਥੋੜਾ ਇਸ ਡਿਸਕ੍ਰਿਪਸ਼ਨ ਬਾਰੇ ਦੇਖ ਲੈਂਦੇ ਹਾਂ। ਈਚ ਐਪਲੀਕੇਸ਼ਨ ਲੇਅਰ ਪ੍ਰੋਟੋਕੋਲ ਯੂਜ਼ ਵਨ ਆਫ ਦਾ ਟਰਾਂਸਪੋਰਟ ਲੇਅਰ ਪ੍ਰੋਟੋਕੋਲ ਟਰਾਂਸਮਿਟਿੰਗ ਡਾਟਾ ਫਰੋਮ ਵਨ ਐਂਡ ਟੂ ਅਨਦਰ। ਜਦੋਂ ਆਪਾਂ TCP IP ਮਾਡਲ ਯੂਜ਼ ਕਰਦੇ ਹਾਂ ਜਾਂ ਕਹਿ ਲਓ IOS ਮਾਡਲ ਯੂਜ਼ ਕਰਦੇ ਹਾਂ, ਤਾਂ ਉਸ ਵਿੱਚ ਕੀ ਹੁੰਦਾ ਹੈ, IOS ਹੁੰਦਾ ਇੰਟਰਕਨੈਕਸ਼ਨ, ਕੀ ਹੁੰਦਾ ਇੰਟਰਕਨੈਕਸ਼ਨ ਸਿਸਟਮ, ਠੀਕ ਹੈ। IOS ਹੁੰਦਾ ਨਾ ਓਪਨ, ਕੀ ਸੀਗਾ OSI ਸੀਗਾ, ਓਪਨ ਸੋਰਸ ਇੰਟਰਕਨੈਕਸ਼ਨ, ਹੈ ਨਾ, ਇੱਦਾਂ ਦਾ ਓਪਨ ਸਿਸਟਮ ਇੰਟਰਕਨੈਕਸ਼ਨ ਹੈ। ਅਤੇ ਇਸ ਵਿੱਚ ਕੀ ਹੁੰਦਾ ਸੀਗਾ, 7 ਲੇਅਰਸ ਹੁੰਦੀਆਂ ਸੀਗੀਆਂ। ਅਤੇ ਇਸ ਵਿੱਚ ਹੁੰਦਾ ਸੀਗਾ ਕਿ ਮਤਲਬ ਜਿਹੜਾ ਐਪਲੀਕੇਸ਼ਨ ਲੇਅਰ ਹੈ ਪ੍ਰੋਟੋਕੋਲ ਯੂਜ਼ ਕਰਦਾ ਹੈ ਕਿਸ ਨੂੰ, ਟਰਾਂਸਪੋਰਟ ਲੇਅਰ ਨੂੰ, ਪ੍ਰੋਟੋਕੋਲ ਨੂੰ ਟਰਾਂਸਮਿਟ ਕਰਨ ਲਈ ਇੱਕ ਡਾਟਾ ਨੂੰ ਕਿਸੇ ਦੂਸਰੇ ਲੇਅਰ ਵਿੱਚ ਨਾ। ਅਤੇ ਜਿਹੜਾ UDPI ਹੈਗਾ ਹੈ ਅਨਰਿਲਾਈਬਲ ਪ੍ਰੋਟੋਕੋਲ ਹੈ, ਇਸ ਲਈ ਇਸ ਨੂੰ ਇਹ ਕੀ ਡਜ਼ ਨੋਟ ਪ੍ਰੋਵਾਈਡ ਐਨੀ ਇਕਨੋਲੇਜਮੈਂਟ। ਜਦੋਂ ਸਾਨੂੰ ਮਤਲਬ ਇੱਕ ਡਾਟਾ ਨੂੰ ਕਿਸੇ ਦੂਸਰੀ ਜਗ੍ਹਾ ਆਪਾਂ ਸੈਂਡ ਕਰ ਰਹੇ ਹਾਂ, ਇੱਕ ਲੇਅਰ ਦੂਸਰੀ ਲੇਅਰ ਵਿੱਚ, ਜਾਂ ਕਹਿ ਲਓ ਵੀ ਇੱਕ ਸੋਰਸ ਟੂ ਡੈਜ਼ੀਨੇਸ਼ਨ ਡੈਜ਼ੀਨੇਸ਼ਨ ਵਿੱਚ ਸੈਂਡ ਕਰ ਰਹੇ ਹਾਂ, ਦੈਨ ਸਾਨੂੰ ਕੁਛ ਪ੍ਰੋਟੋਕੋਲ ਇੱਦਾਂ ਦੇ ਹੁੰਦੇ ਨੇ ਜਿਹੜੇ ਸਾਨੂੰ ਫੀਡਬੈਕ ਪ੍ਰੋਵਾਈਡ ਕਰਦੇ ਨੇ, ਐਕਨੋਲੇਜਮੈਂਟ। ਜਿਵੇਂ ਤੁਸੀਂ ਦੇਖਿਆ ਹੋਏਗਾ ਕਿ ਆਪਾਂ ਮੈਸੇਜ ਸੈਂਡ ਕਰਦੇ ਹਾਂ ਕਿਸੇ ਨੂੰ, ਠੀਕ ਹੈ, ਅਤੇ ਜਦੋਂ ਸਾਨੂੰ ਮੈਸੇਜ ਸੈਂਡ ਕਰਦੇ ਹਾਂ ਇੱਕ ਦੂਸਰੇ ਸੋਰਸ ਟੂ ਡੈਜ਼ੀਨੇਸ਼ਨ, ਅਤੇ ਸਾਨੂੰ ਇੱਕ ਮੈਸੇਜ ਰਿਸੀਵ ਹੁੰਦਾ ਕਿ ਯੂਅਰ ਮੈਸੇਜ ਹੈਜ਼ ਬੀਨ ਸਕਸੈਸਫੁਲੀ ਸੈਂਡ, ਹੈ ਨਾ, ਮਤਲਬ ਤੁਹਾਡਾ ਜਿਹੜਾ ਮੈਸੇਜ ਹੈ ਸੈਂਡ ਹੋ ਚੁੱਕਿਆ ਹੈ। ਦੈਟ ਮੀਨ ਉਹ ਐਕਨੋਲੇਜਮੈਂਟ ਆ ਰਹੀ ਹੈ ਉਸ ਦੀ ਤਰਫ ਤੋਂ, ਰਿਸੀਪਟ ਆ ਰਹੀ ਹੈ ਨਾ। ਅਤੇ ਜਿਹੜਾ UDP ਹੈਗਾ ਹੈ ਇੱਕ ਅਨਰਿਲਾਈਬਲ ਪ੍ਰੋਟੋਕੋਲ ਹੈ ਜਿਹੜਾ ਕਿ ਸਾਨੂੰ ਪ੍ਰੋਵਾਈਡ ਕੀ ਨਹੀਂ ਕਰਦਾ, ਐਕਨੋਲੇਜਮੈਂਟ, ਠੀਕ ਹੈ। ਦੇਅਰਫੋਰ ਦਾ TCP ਲੇਅਰ ਪ੍ਰੋਟੋਕੋਲ ਆਰ ਰਿਕੁਆਇਰ ਰਿਲਾਈਬਲ ਕਨੈਕਸ਼ਨ ਯੂਜ਼ TCP। ਇਸ ਕਰਕੇ ਜਿਹੜਾ ਐਪਲੀਕੇਸ਼ਨ ਲੇਅਰ ਹੈ ਪ੍ਰੋਟੋਕੋਲ ਹੈ ਕੀ ਯੂਜ਼ ਕਰਦਾ ਹੈ, ਇੱਕ ਰਿਲਾਈਬਲ ਕਨੈਕਸ਼ਨ ਇਸ ਵਿੱਚ ਯੂਜ਼ ਕਰਦਾ ਹੈ ਕਿਸ ਨੂੰ, TCP ਨੂੰ, ਠੀਕ ਹੈ। FTP is one of the application layer protocol that use the TCP। ਅਤੇ ਗਾਈਜ਼ ਇਹ ਜਿੰਨੇ ਵੀ ਪ੍ਰੋਟੋਕੋਲਸ ਨੇ ਸਾਰੇ ਕਮਿਊਨੀਕੇਸ਼ਨ ਦੇ ਪਰਪਸ ਲਈ ਯੂਜ਼ ਕੀਤੇ ਜਾਂਦੇ ਨੇ। ਇਹਨਾਂ ਦੀ ਫੁੱਲ ਫੋਰਮ ਤੁਸੀਂ ਐਂਡ ਟਿਪ 'ਤੇ ਯਾਦ ਰੱਖਣੀਆਂ ਨੇ, ਠੀਕ ਹੈ। FTP ਕੀ ਹੈ, ਫਾਈਲ ਟਰਾਂਸਫਰ ਪ੍ਰੋਟੋਕੋਲ, ਨਾਮ ਤੋਂ ਪਤਾ ਚੱਲ ਰਿਹਾ ਜਿਹੜਾ ਫਾਈਲ ਟਰਾਂਸਫਰ ਪ੍ਰੋਟੋਕੋਲ ਹੈ। SMTP, FTP, ਠੀਕ ਹੈ, POP, ਇਹ ਸਭ ਈਮੇਲ ਵਿੱਚ ਯੂਜ਼ ਕੀਤੇ ਜਾਂਦੇ ਨੇ। ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਟੈਕਸਟ ਮੈਸੇਜ ਕਰਦੇ ਹਾਂ, ਇਮੇਜ ਆਪ ਕਿਸੇ ਨੂੰ ਵੀ ਸੈਂਡ ਕਰਨੀ ਹੁੰਦੀ ਹੈ, ਵੀਡੀਓ ਕਰਨੀ ਹੁੰਦੀ ਹੈ, ਠੀਕ ਹੈ, ਕੋਈ ਫਾਈਲ ਨੂੰ ਆਪਾਂ ਟਰਾਂਸਫਰ ਕਰਨਾ ਹੁੰਦਾ, ਅਟੈਚਮੈਂਟ ਨੂੰ ਕਹਿ ਲਓ, ਠੀਕ ਹੈ। ਚਲਦੇ ਹਾਂ ਨੈਕਸਟ ਕੁਐਸਚਨ 'ਤੇ। ਰਾਊਟਿੰਗ ਇਜ਼ ਡਨ ਐਟ ਦੀ ਡੈਸ਼। 5 ਆਪਸ਼ਨ ਦਿੱਤੇ ਨੇ ਗਾਈਜ਼, ਸਹੀ ਆਨਸਰ ਦੇਣ ਦੀ ਕੋਸ਼ਿਸ਼ ਕਰੋ। ਇਸ ਦੀ ਕਰੈਕਟ ਆਨਸਰ ਕੀ ਹੋਏਗਾ, ਹਾਂਜੀ, ਅਤੇ ਇਹਦਾ ਸਹੀ ਆਨਸਰ ਹੈ ਨੈਟਵਰਕ ਲੇਅਰ। ਰਾਊਟਿੰਗ ਵਰਡ ਤੋਂ ਤੁਸੀਂ ਕੀ ਸਮਝਦੇ ਹੋ, ਰਾਊਟਿੰਗ ਇਜ਼ ਅ ਪ੍ਰੋਸੈਸ ਆਫ ਟਰਾਂਸਮਿਟਿੰਗ ਫਰੇਮ ਆਫ ਡਾਟਾ ਅਮੰਗ ਨੈਟਵਰਕ। ਜਿਹੜਾ ਰਾਊਟਿੰਗ ਕੀ ਹੁੰਦਾ ਹੈ ਵਰਡ, ਇੱਕ ਇੱਦਾਂ ਦਾ ਪ੍ਰੋਸੈਸ ਹੁੰਦਾ ਜਿਹੜਾ ਕਿ ਫਰੇਮ ਕਰਦਾ ਸਾਡੇ ਡਾਟਾ ਨੂੰ ਅਮੰਗ ਦੀ ਨੈਟਵਰਕ 'ਤੇ, ਠੀਕ ਹੈ। ਇੱਕ ਤਰ੍ਹਾਂ ਦਾ ਮਤਲਬ ਇੱਕ ਤਰ੍ਹਾਂ ਦਾ ਰੂਟ ਦੱਸਦਾ ਹੈ ਕਿ ਹਾਂਜੀ ਇਹ ਜਿਹੜਾ ਡਾਟਾ ਸਾਡਾ ਇੱਕ ਜਗ੍ਹਾ ਤੋਂ ਇੱਦਾਂ ਕਿਸ ਮਤਲਬ ਇੱਕ ਇੱਦਾਂ ਦੀ ਸਰਵਿਸ ਪ੍ਰੋਵਾਈਡ ਕਰਦਾ ਹੈ ਜਿਸ ਵਿੱਚ ਕਿ ਮਤਲਬ ਰਿਸਪੋਂਸੀਬਲ ਹੁੰਦਾ ਪੂਰੇ ਕੰਟਰੋਲ ਕਰਨ ਲਈ ਸਬ ਨੈਟਸ ਨੂੰ ਕਿ ਆਹ ਵਾਲਾ ਡਾਟਾ ਜਿਹੜਾ ਇਸ ਰੂਟ ਤੋਂ ਜਾਏਗਾ, ਠੀਕ ਹੈ, ਸ਼ਾਰਟਕਟ ਵੇ ਨਾਲ ਜਾਂ ਕਿਵੇਂ ਵੀ, ਹੈ ਨਾ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਵਿਚ ਆਫ ਦੀ ਫੋਲੋਇੰਗ ਇਜ਼ ਅ ਲੂਪ ਬੈਕ ਐਡਰੈਸ। ਲੂਪ ਬੈਕ ਐਡਰੈਸ ਬਾਰੇ ਦੱਸਣਾ ਤੁਸੀਂ, ਜੇਕਰ ਤੁਸੀਂ ਵਰਡ ਸੁਣਿਆ ਹੋਏਗਾ ਨੈਟਵਰਕਿੰਗ ਵਿੱਚ। ਇਜ਼ ਦੀ ਕਰੈਕਟ ਆਨਸਰ B 127.0.0.1।
लूप बैक एड्रैस हुंदा है। लूप बैक एड्रैस इज ए स्पैशल IP एड्रैस दैट इज़ 127.0.0.1 यूज फॉर टेस्टिंग ए कनैक्शन ऑन द सेम मशीन। ठीक है, एक IP एड्रैस हुंदा एक स्पैशल टाइप का जिहड़ा साडी मशीन नूं दे कनैक्शन नूं की करदा टेस्ट करदा है। नैक्सट क्वेश्चन ते चलदे हाँ। दी कंप्यूटर स्टोर डाटा इन डैश फॉर्मेट। कंप्यूटर जिहड़ा हुंदा है साडा किस फॉर्मेट विच डाटा नूं स्टोर करदा है। गाइस मैं चाहती हाँ क्वेश्चन मैं स्किप करा क्योंकि ये बहुत ईजी क्वेश्चन है, पर मैनू कुछ बच्चों के कमेंट आ रहे हैं कि मैम स्किप ना करया करो। मैं स्किप इस लिए करदी हाँ कि मैनू उम्मीद होंदी है कि तुसीं अटैम्प्ट कर लोगे। बहुत ईजी क्वेश्चन होंदे ने, इसलिए मैं तुहाडे लिए क्वेश्चन एक तरह का टेस्ट दे दिंदी हाँ। ठीक है, क्योंकि आपां कुछ क्वेश्चन जिहड़े हुंदे ने लास्ट वाली वीडियो विच भी अटैम्प्ट कीते हुंदे ने, ते नैक्सट वाली वीडियो विच जिवें कि अज चल रही है वीडियो, इस विच आपां 2 या 3 क्वेश्चन इदां दे रखे हुंदे ने जिहड़े तुहाडे लिए एक टेस्ट हुंदा है कि हाँ जी इसे तां करके मैं इसनूं स्किप कर दिंदी हाँ कि तुसीं जिहड़ियां लास्ट वाली वीडियो देख रहे हो ना, नहीं मतलब ध्यान नाल तुसीं देखदे होवोगे तो इसदा आंसर तुहानूं ऑटोमैटिकली पता होएगा ना। देखो, कंप्यूटर स्टोर डाटा इन बाइनरी फॉर्म दैट इज़ 1 and 0। ठीक है, सब नूं पता है। नैक्सट क्वेश्चन चलते हैं। विच ऑफ द फॉलोइंग इज एन एग्जाम्पल ऑफ ऑप्टिकल डिस्क। ऑप्टिकल डिस्क की एग्जाम्पल दसनी है तुसी। हाँ जी, तो इसका सही आंसर की होएगा? इज द करैक्ट आंसर डिजिटल वर्सटाइल डिस्क। ऑप्टिकल डिस्क की हैगी है डिजिटल वर्सटाइल डिस्क। नैक्सट क्वेश्चन चलते हैं, ध्यान नाल देखो। सी, बेसिक, कोबोल, जावा आर एग्जाम्पल ऑफ डैश लैंग्वेज। किस तरह की लैंग्वेज दी एग्जाम्पल्स ने? सी, बेसिक, कोबोल एंड जावा किस तरह की लैंग्वेज दी एग्जाम्पल्स ने? 195 का सही आंसर इज दी डी ऑप्शन, हाई लैवल। ठीक है, जिवें तुहानूं पता है कि हाई लैवल लैंग्वेजिस किहड़ियां ने, दैन लो लैवल, मिडल लैवल, सब तुहानूं पता होना चाहिए ने। नैक्सट क्वेश्चन है, द प्रोसैस ऑफ प्रिपेयरिंग ए फ्लॉपी डिस्केट फॉर यूज इन इज कॉल्ड। जिहड़ा प्रोसैस है आपां जदों फ्लॉपी डिस्क नूं बनाना चाहते हैं, प्रिपेयर करते हैं, ठीक है, तो उस प्रोसैस नूं आपां की कहंदे हैं? ठीक है, तो उसनूं की कहंदे हैं गाइस? डी ऑप्शन, फॉर्मेटिंग। कोई डिस्क आपां बनाना चाहते हैं उसनूं आपां की करते हैं? पहले फॉर्मेट करते हैं। हुण मैनूं कमेंट करके दसो किहड़े किहड़े मतलब कि किहड़े किहड़े सॉफ्टवेयर है जिस दे थ्रू आपां फॉर्मेटिंग कर सकते हैं। नैक्सट क्वेश्चन चलते हैं। हार्डवेयर डिवाइस दैट आर नॉट पार्ट ऑफ द मेन कंप्यूटर सिस्टम आर ऑफन एडेड लेटर टू द सिस्टम आर डैश। 5 ऑप्शन दिते हैं गाइस, सही आंसर देने की कोशिश करो। इसका करेक्ट आंसर की है? पेरिफल्स। हार्डवेयर डिवाइसेस आर नॉट ए पार्ट ऑफ द मेन मैमरी, मेन कंप्यूटर सिस्टम, बट इसनूं लेटर आपां किस सिस्टम के किस पार्ट विच किया गया? पेरिफल्स विच। ठीक है, नैक्सट क्वेश्चन चलते हैं। इन द बाइनरी लैंग्वेज ईच लैटर ऑफ द अल्फाबेट, ईच नंबर, ईच स्पेशल करैक्टर इज मेड अप टू यूनिक कंबीनेशन ऑफ। किन्ने कंबीनेशन तो बनया होया है? हाँ जी, इज द करैक्ट आंसर दसो। इज द करैक्ट आंसर 8 बिट्स। किन्ने कंबीनेशन तो बनया होया है? डी ऑप्शन इज द करैक्ट आंसर। बाइनरी लैंग्वेज विच आपां जिहड़ा हरेक लैटर यूज करते हैं, अल्फाबैट, ईच नंबर या ईच स्पैशल करैक्टर कह लो, तो एक यूनीक आइडेंटिफिकेशन जिहड़ा सानूं करदा है, कंबीनेशन किस दे नाल बनया होया? 8 बिट्स। नैक्सट क्वेश्चन चलते हैं। वेंडर क्रिएट प्रोग्राम मॉडिफिकेशन आर कॉल्ड डैश। ठीक है, तो इसका सही आंसर की है? पैचेस। जिहड़ा वेंडर हैगा है, ठीक है, जिहड़े प्रोग्राम नूं मॉडिफिकेट करदा है, उस प्रोग्राम्स कह सॉफ्टवेयर कह लो, उसनूं मॉडिफिकेशन करदा है, उस नूं की कहंदे हैं? पैचेस करना ना। तुसीं कंप्यूटर विच भी कई बार एक वर्ड सुनिया होएगा, पैचेस। नैक्सट क्वेश्चन चलते हैं। वट आर 2 एग्जाम्पल ऑफ फ्रीवेयर। फ्रीवेयर दियां 2 एग्जाम्पल दसो। जेकर तुहानूं इस वर्ड तो फैमिलीयर हो तुसीं इस वर्ड तो दसो इसका सही आंसर की है? इज द करैक्ट आंसर डी ऑप्शन, इंस्टांट मैसेजिंग एंड गूगल टूल बार। ठीक है, डी ऑप्शन इज द करैक्ट आंसर। देखो साढ़े आज जेडे 20 नहीं मतलब 200 क्वेश्चंस एंड 20+ अज दी सीरीज विच 25+ क्वेश्चन जेडे ने कंप्लीट हो चुके ने, ते हुण तक आपां 200 क्वेश्चन तो भी ज़्यादा क्वेश्चन कर चुके हैं। ठीक है, अज
ਆਪਾਂ ਕੀਤਾ ਹੈ 8th ਪਾਰਟ ਕੰਪਲੀਟ। 1 ਤੋਂ ਲੈ ਕੇ 8 ਪਾਰਟ ਜਿਹੜੇ ਸਾਡੇ ਨੇ ਕੰਪਲੀਟ ਹੋ ਚੁੱਕੇ ਨੇ। ਹਰੇਕ ਪਾਰਟ ਵਿੱਚ ਆਪਾਂ 25 ਕੁਐਸਚਨ ਤੋਂ ਵੀ ਜ਼ਿਆਦਾ ਕੁਐਸਚਨ ਕੀਤੇ ਨੇ, ਇੱਕ ਤਰ੍ਹਾਂ ਦਾ ਐਕਸਪਲੇਨੇਸ਼ਨ ਵਿਦ ਐਕਸਪਲੇਨੇਸ਼ਨ। ਅਤੇ ਤੁਸੀਂ ਜਿੰਨੇ ਵੀ YouTube 'ਤੇ ਸਾਡੀਆਂ ਵੀਡੀਓਜ਼ ਨੇ ਦੇਖ ਸਕਦੇ ਨੇ। ਪਹਿਲੇ ਤਾਂ ਆਪਾਂ ਸਬਸਕ੍ਰਾਈਬ ਕਰ ਲਓ ਚੈਨਲ ਨੂੰ, ਠੀਕ ਹੈ। ਸਬਸਕ੍ਰਾਈਬ ਕਰਨ ਤੋਂ ਬਾਅਦ ਨੋਟੀਫਿਕੇਸ਼ਨ ਨੂੰ ਤੁਸੀਂ ਨੋਟੀਫਿਕੇਸ਼ਨ ਆਈਕਨ ਹੋਏਗਾ, ਉਸ ਨੂੰ ਤੁਸੀਂ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਟਾਈਮ ਹਰੇਕ ਤਰ੍ਹਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਜਿੰਨੇ ਵੀ ਆਉਣ ਵਾਲੇ ਪੇਪਰ ਨੇ ਉਸ ਦੇ ਬਾਰੇ ਨੋਟੀਫਿਕੇਸ਼ਨ ਮਿਲ ਜਾਂਦੀ ਹੈ। ਦੈਨ ਜਿੰਨੇ ਵੀ ਸਾਡੀ ਵੀਡੀਓਜ਼ ਚੱਲ ਰਹੀਆਂ ਨੇ ਪੈਰਲਰ ਮੈਥ ਦੀ, ਰੀਜ਼ਨਿੰਗ ਦੀ, ਠੀਕ ਹੈ, ਕੰਪਿਊਟਰ ਸਾਇੰਸ ਦੀ, ਦੈਨ ਪੰਜਾਬ GK ਦੀ, ਠੀਕ ਹੈ, ਲਾਈਵ ਸੈਸ਼ਨ ਚੱਲਦੇ ਨੇ। ਤੁਹਾਨੂੰ ਟਾਈਮ ਤਾਂ ਪਤਾ ਹੀ ਹੋਏਗਾ ਸਭੀ ਨੂੰ, ਠੀਕ ਹੈ। ਜਿਹੜਾ ਸਾਡਾ ਕੰਪਿਊਟਰ ਦਾ ਸੈਸ਼ਨ ਹੈ ਡੇਲੀ ਹੀ ਈਵਨਿੰਗ ਟਾਈਮ 6 PM ਆਉਂਦਾ ਹੈ, ਠੀਕ ਹੈ। ਦੇਖਣਾ ਕਦੀ ਨਹੀਂ ਭੁੱਲਣਾ, ਸ਼ੇਅਰ ਕਰਨਾ ਵੀ ਨਾ ਭੁੱਲਣਾ। ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਕਿ ਹਰੇਕ ਸਟੂਡੈਂਟ ਤੱਕ ਇਹ ਸੈਸ਼ਨ ਜਿਹੜਾ ਹੈ ਪਹੁੰਚ ਸਕੇ, ਠੀਕ ਹੈ ਗਾਈਜ਼। ਹੁਣ ਮਿਲਾਂਗੇ ਆਪਾਂ ਨੈਕਸਟ ਵਾਲੀ ਵੀਡੀਓ ਵਿੱਚ। ਤਬ ਤੱਕ ਤੁਸੀਂ ਰਿਵਾਈਜ਼ ਕਰੋ ਜਿੰਨੇ ਵੀ ਆਪਾਂ ਵੀਡੀਓਜ਼ ਬਣਾਈਆਂ ਨੇ, ਜਿੰਨੇ ਆਉਣ ਵਾਲੇ ਪੇਪਰ ਨੇ, ਇਹਨਾਂ ਵਿੱਚ ਤੁਹਾਡੀ ਹੈਲਪ ਹੋਏਗੀ, ਠੀਕ ਹੈ। ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ, ਠੀਕ ਹੈ। ਥੈਂਕ ਯੂ।